1980 ਦੇ ਵਿੱਚ ਭਾਰਤ ਨੇ ਮਾਸਕੋ 올림픽 ਦੇ ਵਿੱਚ ਜਿਹੜਾ ਆ 골ਡ ਮੈਡਲ ਆਪਣਾ ਜਿੱਤਿਆ ਸੀ ਜੀ। ਪਰ ਮਜ਼ੇ ਦੀ ਗੱਲ ਇਹ ਆ ਕਿ ਉਦੋਂ ਸੈਮੀਫਾਈਨਲ ਹੋਇਆ ਹੀ ਨਹੀਂ ਸੀ। ਪੰਡਾਲ ਦੇ ਵਿੱਚ ਹੀ ਜਾਂ ਉੱਥੇ ਰਹਿ ਰਹੇ ਜਾਂ ਉੱਥੇ ਖੇਡ ਰਹੇ ਜਿਹੜੇ 11 ਤੋਂ ਵੱਧ ਇਜ਼ਰਾਈਲੀ ਖਿਡਾਰੀ ਸੀ ਉਹਨਾਂ ਦਾ ਕਤਲ ਹੋ ਗਿਆ ਸੀ, ਉਹ ਮਾਰ ਦਿੱਤੇ ਗਏ। ਖੇਡ ਐਕਸਪਰਟਸ ਦਾ ਮੰਨਣਾ ਇਹ ਸੀ ਕਿ ਭਾਰਤੀ ਵਿਮਨਸ ਜਿਹੜੀ ਹਾਕੀ ਆ ਉਹ ਕੋਈ ਬਹੁਤ ਚੰਗੀ ਟੀਮ ਨਹੀਂ ਹੈਗੀ। ਸਰਕਾਰ ਕੋਲ ਨਾ ਆਮ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਹੁੰਦੀਆਂ ਉਹਦੇ ਲਈ ਤਾਂ ਖਜ਼ਾਨਾ ਖਾਲੀ ਹੁੰਦਾ ਹੈ, ਪਰ ਆਪਣੇ ਵਿਧਾਇਕਾਂ ਲਈ ਖਜ਼ਾਨੇ ਦੇ ਮੂੰਹ ਖੁੱਲੇ ਰੱਖਦੀ ਹੈ। ਇਹ ਐਸੇ ਹੋਣਹਾਰ ਮੁਲਾਜ਼ਮ ਨੇ ਸਾਡੀ ਸਰਕਾਰ ਦੇ, ਤਨਖਾਹ ਲੈ ਕੇ ਜੇਬ 'ਚ ਪਾ ਲੈਂਦੇ ਨੇ ਤੇ ਟੈਕਸ ਜਿਹੜਾ ਇਹਨਾਂ ਦਾ ਉਹ ਸਰਕਾਰ ਪੇ ਕਰਦੀ। ਹੋਰ ਕਿਸੇ ਗੱਲ ਲਈ ਜਦੋਂ ਉੱਥੇ ਕੋਈ ਬਿੱਲ ਪੇਸ਼ ਹੁੰਦਾ ਤੇ ਵਿਰੋਧੀ ਤੇ ਸੱਤਾਧਾਰੀ ਆਪਸ 'ਚ ਭਿੜ ਸਕਦੇ ਨੇ, ਪਰ ਜਦੋਂ ਤਨਖਾਹ ਦਾ ਜਾਂ ਪੈਨਸ਼ਨ ਦਾ ਮੁੱਦਾ ਹੋਵੇ ਤੇ ਇਹ ਚੁੱਪਚਾਪ ਜਿਹੜੀ ਆ ਉਸ ਚੀਜ਼ ਨੂੰ ਸੈਟਿੰਗ ਕਰ ਲੈਂਦੇ। ਆਦਤ ਪਈ ਹੋਈ ਆ ਬਿਆਨ ਦੇਣ ਦੀ ਤੇ ਬਿਆਨ ਦੇ ਕੇ ਸਾਨੂੰ ਕਈ ਵਾਰ ਸ਼ਾਮ ਨੂੰ ਜਾ ਕੇ ਭੁੱਲ ਜਾਂਦਾ ਕਿ ਅਸੀਂ ਕੀ ਕਹਿ ਕੇ ਆਏ, ਪਰ ਸਾਰਾ ਪੰਜਾਬ ਜਾਣਦਾ ਆ ਕਿ ਮੁੱਖ ਮੰਤਰੀ ਉਹ ਕਿਹਨਾਂ ਸ਼ਰਤਾਂ ਤੇ ਨੇ ਤੇ ਉਹ ਪਾਰਟੀ ਪ੍ਰਧਾਨ ਕਿਹਨਾਂ ਸ਼ਰਤਾਂ ਤੇ ਨੇ ਤੇ ਰਿਊਮਰਸ ਕਿੰਨੀਆਂ ਨੇ ਤੇ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਜਿਹੜਾ ਚੜੂਨੀ ਸਾਹਿਬ ਦੇ ਜਿਹੜੇ ਬਿਆਨ ਨੇ ਉਹਦੇ ਵਿੱਚ ਮੋਰਚੇ ਦੀ ਸਹਿਮਤੀ ਜ਼ਰੂਰ ਆ, ਭਾਵੇਂ ਉਹ ਛੁਪੀ ਹੋਈ ਹੀ। ਚੜੂਨੀ ਸਾਹਿਬ ਵੀ ਅਕਸਰ ਕਹਿੰਦੇ ਸੀ ਕਿ ਪਿਆਸੇ ਤੇ ਖੂਹ ਵਾਲੀ ਕੋਈ ਕਹਾਣੀ ਸੁਣਾਉਂਦੇ ਸੀ, ਉਹ ਬਾਅਦ ਚ ਪਤਾ ਨਹੀਂ ਲੱਗਾ ਕਿ ਪਿਆਸਾ ਕੌਣ ਸੀ ਤੇ ਖੂਹ ਕੌਣ ਸੀ। ਕੇਜਰੀਵਾਲ ਸਾਹਿਬ ਦੀਆਂ ਨਜ਼ਰਾਂ ਨਾਲ ਵੀ ਹੋ ਰਿਹਾ, ਭਾਵੇਂ ਉਹ ਐਨਕਾਂ ਲਾ ਕੇ ਦੇਖਦੇ ਨੇ, ਉਸ ਫਰੇਮ ਦੇ ਵਿੱਚ ਉਹਨਾਂ ਨੂੰ ਵੀ ਚਿਹਰਾ ਜਿਹੜਾ ਆ ਉਹ ਲੱਭ ਨਹੀਂ ਰਿਹਾ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਉਸ ਗੱਲ ਦੀਆਂ ਕਰਾਂਗੇ ਜਿੱਥੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਟੋਕੀਓ 올림픽ਸ ਖੇਡਾਂ ਚੱਲ ਰਹੀਆਂ ਨੇ, ਭਾਰਤੀ ਹਾਕੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਹੈ। ਮਹਿਲਾਵਾਂ ਨੇ ਕਿਹੜੀ ਜਿੱਤ ਹਾਸਲ ਕੀਤੀ ਹੈ ਸਭ ਨੂੰ ਪਤਾ ਹੈ, ਪਰ ਇਸ ਜਿੱਤ ਦੇ ਪਿੱਛੇ ਮਿਹਨਤ ਕੀਤੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਆਰਟੀਆਈ 'ਚ ਪੰਜਾਬ ਸਰਕਾਰ ਬਾਰੇ ਕੀ ਖੁਲਾਸਾ ਹੋ ਰਿਹਾ ਹੈ। ਅਡਾਨੀ ਗਰੁੱਪ ਦੇ ਕੇਸ ਦਫ਼ਤਰ ਨੂੰ ਲੱਗੇ ਨੇ ਤਾਲੇ ਤੇ ਕਿਸਾਨਾਂ ਨੇ ਕੇਸ ਦਾ ਵਿਰੋਧ ਨਾ ਕਰਨ ਦਾ ਕੀਤਾ ਐਲਾਨ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਅੰਮ੍ਰਿਤ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਪਰਮਿੰਦਰ ਜੀ। ਸਭ ਤੋਂ ਪਹਿਲਾਂ ਤਾਂ 올림픽ਸ ਦੀ ਗੱਲ ਕਰਦੇ ਹਾਂ, ਵਧਾਈ ਵੀ ਦਿੰਨੇ ਆ। ਤੁਸੀਂ ਮੈਨੂੰ ਦਈਓ ਤੇ ਮੈਂ ਤੁਹਾਨੂੰ ਦਿੰਨੀ ਹੈ, ਇਹ ਦੇਣੀ ਨਹੀਂ ਹੈ, ਬਸ ਦਰਸ਼ਕਾਂ ਨੂੰ ਜ਼ਰੂਰ ਦੇਣੀ ਜੀ, ਕਿਉਂਕਿ ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਇਸ ਜਿੱਤ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਐਤਵਾਰ ਸੀ, ਸੰਡੇ ਸੀ, ਸਾਰਿਆਂ ਲਈ ਛੁੱਟੀ ਦਾ ਦਿਨ ਸੀ ਤੇ ਅਸੀਂ ਵੀ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਸੰਡੇ ਨੂੰ ਨਹੀਂ ਕਰਦੇ ਤੇ ਇਸ ਕਰਕੇ ਪਹਿਲਾਂ ਕੱਲ ਦੇ ਦਿਨ ਦੀ ਗੱਲ ਕਰੀਏ ਜਦੋਂ ਮਰਦਾਂ ਦੀ ਹਾਕੀ ਨੇ ਆਪਣਾ ਜਿਹੜਾ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਈ। ਪਹਿਲੇ ਹੀ ਦਿਨ ਤੋਂ ਜਦੋਂ ਸ਼ੁਰੂ ਕੀਤਾ ਸੀ, ਪਹਿਲਾ ਮੈਚ ਭਾਰਤੀ ਹਾਕੀ ਨੇ ਆਪਣਾ ਜਿੱਤਿਆ ਤੇ ਬਾਅਦ ਵਿੱਚ ਇੱਕ ਮੈਚ ਉਹਨਾਂ ਨੇ ਆਸਟ੍ਰੇਲੀਆ ਤੋਂ ਹਾਰਿਆ। ਉਹ ਹਾਰ ਜਿਹੜੀ ਸੀ ਉਹ ਕਾਫੀ ਵੱਡੀ ਸੀ। ਅਸੀਂ ਆਪਣੇ ਵਿਸ਼ੇਸ਼ ਪ੍ਰੋਗਰਾਮ 'ਚ ਵੀ ਉਹਦਾ ਜ਼ਿਕਰ ਕੀਤਾ, ਸਾਰਿਆਂ ਨੇ ਉਹਦੇ ਬਾਰੇ ਦੱਸਿਆ ਕਿ ਉਹ ਜਿਹੜੀ 7-1 ਦੀ ਹਾਰ ਸੀ ਉਹ ਕਾਫੀ ਵੱਡੀ ਸੀ। ਉਸ ਤੋਂ ਬਾਅਦ ਭਾਰਤ ਨੇ ਆਪਣੇ ਪੂਲ ਦੇ ਸਾਰੇ ਮੈਚ ਜਿਹੜੇ ਆ ਉਹ ਜਿੱਤੇ, ਚਾਹੇ ਉਹ ਜਾਪਾਨ ਨਾਲ ਸੀ, ਚਾਹੇ ਅਰਜਨਟਾਈਨਾ ਨਾਲ ਸੀ, ਚਾਹੇ ਕੁਝ ਹੋਰ ਮੈਚ ਸੀ। ਤੇ ਉਸ ਤੋਂ ਬਾਅਦ ਫਿਰ ਜਿਹੜਾ ਸੈਮੀਫਾਈਨਲ ਕੁਆਟਰ ਫਾਈਨਲ 'ਚ ਪਹੁੰਚ ਕੇ ਉਹਨਾਂ ਦਾ ਜਿਹੜਾ ਮੁਕਾਬਲਾ ਸੀ ਉਹ ਇੰਗਲੈਂਡ ਨਾਲ ਸੀ ਤੇ ਮੈਚ ਉਹਨਾਂ ਨੇ ਉਹ ਵੀ ਕੱਲ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤਿਆ। ਖੇਡ ਐਕਸਪਰਟਸ ਦੀ ਜਦੋਂ ਅਸੀਂ ਗੱਲ ਮੰਨੀਏ ਤੇ ਉਹਦੇ 'ਚ ਉਹ ਦੱਸਿਆ ਉਹਨਾਂ ਨੇ ਕਿ ਕੁਝ ਜਿਹੜੇ ਅੰਪਾਇਰਿੰਗ ਤੌਰ ਦੇ ਉੱਤੇ ਕੁਝ ਚੀਜ਼ਾਂ ਜਿਹੜੀਆਂ ਉਹ ਥੋੜ੍ਹੀਆਂ ਵਿਵਾਦਾਸਪਦ ਲੱਗੀਆਂ ਜਾਂ ਕਿਤੇ ਲੱਗਿਆ ਕਿ ਅੰਪਾਇਰਿੰਗ ਜਿਹੜੀ ਆ ਉਹਨੇ ਉੱਚ ਕੋਟੀ ਦੀ ਨਹੀਂ ਦਿਸੀ 올림픽 ਦੇ ਵਿੱਚ ਜਿੰਨੀ ਦਿਸਣੀ ਚਾਹੀਦੀ ਆ। ਪਰ ਫਿਰ ਕਿਹਾ ਜਾਂਦਾ ਕਿ ਅੰਤ ਭਲਾ ਤੇ ਸਭ ਭਲਾ, ਜੇ ਜਿੱਤ ਗਏ ਤੇ ਸਭ ਠੀਕ ਹੈ। ਤੇ ਦੂਸਰੀ ਗੱਲ ਇਹ ਵੀ ਆ ਕਿ ਜਿੱਤ ਛੋਟੀ ਹੋਵੇ ਚਾਹੇ ਵੱਡੀ, ਉਹ ਜਿੱਤ ਜਿਹੜੀ ਆ ਉਹ ਚਾਹੇ ਜਿੰਨੀ ਮਰਜ਼ੀ ਮਾਈਨਰ ਡਿਫਰੈਂਸ ਨਾਲ ਵੀ ਹੋਵੇ, ਪਰ 3-1 ਨਾਲ ਭਾਰਤ ਨੇ ਇੱਕ ਵੱਡੀ ਜਿੱਤ ਜਿਹੜੀ ਆ ਇੰਗਲੈਂਡ ਤੋਂ ਹਾਸਿਲ ਕੀਤੀ ਹੈ। ਜਦੋਂ ਅਸੀਂ 올림픽 ਟੈਲੀ 'ਚ ਦੇਖਦੇ ਹਾਂ ਤਾਂ ਇੰਗਲੈਂਡ ਦਾ ਨਾਮ ਕਿਤੇ ਨਜ਼ਰ ਨਹੀਂ ਆਉਂਦਾ, ਉਹਨੂੰ ਗ੍ਰੇਟ ਬ੍ਰਿਟਨ ਲਿਖਦੇ ਆ ਸ਼ਾਇਦ। ਉਹਨਾਂ ਦਾ ਇੱਕ ਨਾਮ ਰੱਖਣ ਦਾ ਹੀ ਹੈਗਾ, ਰਸ਼ੀਅਨ ਵਾਲੇ ਆਪਣਾ ਲਿਖਦੇ ਆ 올림픽 ਕਮੇਟੀ ਫॉर ਰਸ਼ੀਆ ਜਾਂ ਰਸ਼ੀਅਨ 올림픽 ਕਮੇਟੀ ROC ਕਰਕੇ ਉਹ ਨਾਮ ਲਿਖਦੇ ਆ। ਥੋੜਾ ਉਹਨਾਂ ਦਾ ਕੁਝ ਡਿਫਰੈਂਸਸ ਜਿਹੜਾ ਆ 올림픽 ਨੂੰ ਰਹਿ ਕੇ ਰਹਿੰਦਾ। ਤੇ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਬਹੁਤ ਜਿਹੜੀ ਵਧਾਈ ਆ ਕਿ ਭਾਰਤ ਦੀ ਜਿਹੜੀ ਮਰਦਾਂ ਦੀ ਟੀਮ ਆ ਉਹ ਬਹੁਤ ਲੰਬੇ ਵਕਫੇ ਬਾਅਦ, ਲਗਭਗ 5 ਦਹਾਕਿਆਂ ਬਾਅਦ ਹੀ ਉਹ 49 ਸਾਲ ਕਹਿੰਦੇ ਆ ਉਹਨੂੰ ਕਿ 72 ਦੇ ਵਿੱਚ ਉਹ 올림픽 'ਚ ਸੈਮੀਫਾਈਨਲ 'ਚ ਪਹੁੰਚੇ ਸੀ ਤੇ ਇੱਕ ਵਾਰ ਫਿਰ ਉਹ ਸੈਮੀਫਾਈਨਲ 'ਚ ਪਹੁੰਚ ਗਏ ਨੇ ਜੀ। ਤੇ ਅੰਮ੍ਰਿਤ ਜੀ, ਗੱਲ ਤੁਸੀਂ ਕੀਤੀ 72 ਵਿੱਚ ਭਾਰਤੀ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚੀ ਸੀ ਤੇ ਇੱਕ ਜਗ੍ਹਾ ਮੈਂ ਪੜ੍ਹਿਆ ਕਿ 49 ਸਾਲਾਂ ਬਾਅਦ
ਜੀ, ਤੇ ਕਿਤੇ 49 41 ਸਾਲ, ਬਿਲਕੁਲ। 41 ਤੇ 49 ਦਾ ਰੌਲਾ ਕੀ ਹੈ? ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ। ਮੈਂ ਤਾਂ ਹੀ ਉੱਥੇ ਰੋਕਿਆ ਸੀ ਕਿ ਤੁਸੀਂ ਸਵਾਲ ਦੁਬਾਰਾ ਪੁੱਛ ਲਓ ਤੇ ਆਪਾਂ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਕਲੀਅਰ ਕਰ ਸਕੀਏ। ਜੀ ਓਲੰਪਿਕ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆ ਊਚ ਨੀਚ ਹੁੰਦੀਆਂ ਰਹੀਆਂ। ਜੀ 1980 ਦੇ ਵਿੱਚ ਭਾਰਤ ਨੇ ਮਾਸਕੋ ਓਲੰਪਿਕ ਦੇ ਵਿੱਚ ਜਿਹੜਾ ਆ 골ਡ ਮੈਡਲ ਆਪਣਾ ਜਿੱਤਿਆ ਸੀ। ਜੀ ਪਰ ਮਜ਼ੇ ਦੀ ਗੱਲ ਇਹ ਆ ਕਿ ਉਦੋਂ ਸੈਮੀਫਾਈਨਲ ਹੋਇਆ ਹੀ ਨਹੀਂ ਸੀ। ਹੁਣ ਫਿਰ ਤੁਸੀਂ ਸਵਾਲ ਪੁੱਛੋਗੇ ਕਿ ਇਹ ਕਿੱਦਾਂ ਹੋ ਗਿਆ ਕਿ 골ਡ ਮੈਡਲ ਅਸੀਂ ਜਿੱਤ ਲਿਆ ਤੇ ਸੈਮੀਫਾਈਨਲ ਨਹੀਂ ਹੋਇਆ। ਜੀ 1980 ਦੇ ਵਿੱਚ ਓਲੰਪਿਕ ਹੋਈਆਂ ਮਾਸਕੋ 'ਚ। ਮਾਸਕੋ ਸੀ ਰਸ਼ੀਆ ਦਾ ਭਾਗ, ਹੁਣ ਦਾ ਰਸ਼ੀਆ, ਉਦੋਂ ਦਾ ਸੀ ਉਹ USSR, ਯੂਨੀਅਨ ਆਫ ਸੋਸ਼ਲਿਸਟ ਸੋਵੀਅਤ ਰਿਪਬਲਿਕ। ਜੀ ਤੇ ਸੋਸ਼ਲਿਸਟ ਰਿਪਬਲਿਕ ਜਿਹੜਾ ਸੀਗਾ ਰਸ਼ੀਆ, ਜਿਹਨੂੰ ਅਸੀਂ ਕਹੀਏ ਜਾਂ USSR ਕਹੀਏ, ਉਹਨਾਂ ਦਾ ਅਫਗਾਨਿਸਤਾਨ ਦੇ ਵਿੱਚ ਚੱਲਦਾ ਸੀ ਦਖਲਅੰਦਾਜ਼ੀ। ਜੀ ਤੇ ਉਸ ਲੜਾਈ ਨੂੰ ਲੈ ਕੇ ਜਾਂ ਉਸ ਦਖਲਅੰਦਾਜ਼ੀ ਨੂੰ ਲੈ ਕੇ, ਉਸ ਅੰਤਰਰਾਸ਼ਟਰੀ ਤਣਾਅ ਨੂੰ ਲੈ ਕੇ ਅਮਰੀਕਾ ਸਮੇਤ ਕੋਈ 65 ਦੇਸ਼ਾਂ ਨੇ ਓਲੰਪਿਕ ਦੇ ਵਿੱਚ ਫੈਸਲਾ ਨਾ ਲੈਣ ਦਾ ਫੈਸਲਾ ਕੀਤਾ ਸੀ, ਭਾਗ ਨਾ ਲੈਣ ਦਾ ਫੈਸਲਾ ਕੀਤਾ ਸੀ, ਕਿਉਂਕਿ ਓਲੰਪਿਕ ਉਹਨਾਂ ਦੇ ਦੇਸ਼ 'ਚ ਹੋ ਰਹੀਆਂ ਸੀ। ਤੇ ਉਸੇ ਕਰਕੇ ਫਿਰ ਉਸ ਵੇਲੇ ਉਸ ਸਾਲ ਹਾਕੀ ਦੇ ਵਿੱਚ ਟੀਮਾਂ ਹੀ ਸਿਰਫ 6 ਸੀ। ਤੇ ਜਦੋਂ 6 ਟੀਮਾਂ ਸੀ, ਫਿਰ ਸੈਮੀਫਾਈਨਲ ਕਿੱਦਾਂ ਹੋਣਾ ਸੀ? ਜਿਹੜਾ ਪੂਲ 'ਚ ਜਿੱਤਿਆ ਉਹ ਮੈਚ ਜਿਹੜੇ ਸੀ ਜਿੱਤ ਕੇ ਤੇ ਉਹ ਫਾਈਨਲ ਖਿਡਾ ਦਿੱਤਾ ਗਿਆ, ਸੈਮੀਫਾਈਨਲ ਹੋਇਆ ਹੀ ਨਹੀਂ ਸੀ। ਉਸ ਤੋਂ ਪਹਿਲਾਂ ਜਦੋਂ ਸੈਮੀਫਾਈਨਲ 'ਚ ਭਾਰਤ ਪਹੁੰਚਿਆ ਸੀ, ਉਹ 1972 ਦੀਆਂ ਮਿਊਨਿਖ ਓਲੰਪਿਕ ਸੀ ਜਿਹੜੀਆਂ ਜਰਮਨ 'ਚ ਹੋਈਆਂ। ਉਦੋਂ ਭਾਰਤ ਸੈਮੀਫਾਈਨਲ 'ਚ ਪਹੁੰਚਿਆ ਸੀ, ਪਰ ਸੈਮੀਫਾਈਨਲ ਦੇ ਵਿੱਚ ਫਿਰ ਉਹ ਆਪਣਾ ਮੈਚ ਪਾਕਿਸਤਾਨ ਨਾਲ 2-0 ਤੋਂ ਹਾਰ ਗਏ ਸੀ। 72 ਦੀਆਂ ਓਲੰਪਿਕ ਭਾਰਤ ਦੇ ਸੈਮੀਫਾਈਨਲ ਪਹੁੰਚਣ ਲਈ ਵੀ ਯਾਦ ਨੇ ਤੇ ਭਾਰਤ ਦੇ ਪਾਕਿਸਤਾਨ ਤੋਂ ਮੈਚ ਹਾਰਨ ਲਈ ਵੀ ਯਾਦ ਨੇ। ਉਸ ਤੋਂ ਇਲਾਵਾ ਵੀ 72 ਦੀਆਂ ਓਲੰਪਿਕ ਜਿਹੜੀਆਂ ਨੇ ਉਹ ਮਸ਼ਹੂਰ ਹੋਈਆਂ ਸੀ, ਜਾਂ ਉਹਦੇ ਵਿੱਚ ਇੱਕ ਦਰਦਨਾਕ ਘਟਨਾ ਜੁੜੀ ਸੀ। ਓਲੰਪਿਕ ਦੇ ਪੰਡਾਲ ਦੇ ਵਿੱਚ ਹੀ ਜਾਂ ਉੱਥੇ ਰਹਿ ਰਹੇ ਜਾਂ ਉੱਥੇ ਖੇਡ ਰਹੇ ਜਿਹੜੇ 11 ਤੋਂ ਵੱਧ ਇਜ਼ਰਾਈਲੀ ਖਿਡਾਰੀ ਸੀ, ਉਹਨਾਂ ਦਾ ਕਤਲ ਹੋ ਗਿਆ ਸੀ, ਉਹ ਮਾਰ ਦਿੱਤੇ ਗਏ ਸੀ। ਉਸ ਤੋਂ ਬਾਅਦ ਦੁਨੀਆ ਦੇ ਵਿੱਚ ਤਣਾਅ ਜਿਹੜਾ ਆ ਉਹ ਬਹੁਤ ਵੱਧ ਗਿਆ ਸੀ ਤੇ ਬਾਅਦ ਵਿੱਚ ਇਜ਼ਰਾਈਲ ਦੀਆਂ ਫੌਜਾਂ ਨੇ ਜਾਂ ਇਜ਼ਰਾਈਲ ਦੀਆਂ ਜਿਹੜੀਆਂ ਜਸੂਸੀ ਸੰਗਠਨ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਨੇ, ਉਹਨਾਂ ਨੇ ਫਿਰ ਉਹ ਜਿਹੜੇ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਸੀ, ਉਹਨਾਂ ਨੂੰ ਸਾਰੀ ਦੁਨੀਆ ਦੇ ਵਿੱਚ ਲੱਭ ਕੇ ਮਾਰਿਆ ਸੀ। ਉਹ ਇੱਕ ਬੜੀ ਲੰਬੀ ਚੌੜੀ ਘਟਨਾ ਆ, ਉਹਦੇ ਤੇ ਫਿਲਮ ਵੀ ਬਣੀ ਹੋਈ ਹੈ। ਸੋ ਇਹ ਜਿਹੜਾ ਸੀਗਾ ਤੁਹਾਡਾ ਸਵਾਲ ਸੀ 41 ਤੇ 49 ਵਾਲਾ, ਉਹ ਇਦਾਂ ਆ ਕਿ 72 ਦੇ ਵਿੱਚ ਅਸੀਂ ਸੈਮੀਫਾਈਨਲ 'ਚ ਪਹੁੰਚੇ ਸੀ। 80 ਦੇ ਵਿੱਚ ਸੈਮੀਫਾਈਨਲ ਹੋਇਆ ਹੀ ਨਹੀਂ ਸੀ, ਇਸ ਕਰਕੇ ਕਿਹਾ ਜਾਂਦਾ ਕਿ ਅਸੀਂ 72 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ 'ਚ ਪਹੁੰਚੇ ਹਾਂ। ਹਾਲਾਂਕਿ 80 ਦੇ ਵਿੱਚ ਅਸੀਂ 골ਡ ਜਿਹੜਾ ਆ ਉਹ ਜਿੱਤ ਚੁੱਕੇ ਸੀ। ਤੇ ਸ਼ਰਮਾ ਜੀ, ਹੁਣ ਮਹਿਲਾਵਾਂ ਦੀ ਗੱਲ ਕਰੀਏ, ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਤੇ ਇੱਕ ਤਰ੍ਹਾਂ ਦਾ ਇਤਿਹਾਸਕ ਪ੍ਰਦਰਸ਼ਨ ਹੈ। ਬਿਲਕੁਲ ਇਤਿਹਾਸਕ ਪ੍ਰਦਰਸ਼ਨ ਹੈ ਜੀ। ਇੰਡੀਆ ਦੀ ਜਿਹੜੀ ਮੈਨਜ਼ ਹਾਕੀ ਆ, ਇਹ ਤਾਂ 40ਵੀਆਂ ਤੋਂ 1940 ਤੋਂ ਬਾਅਦ ਹੀ ਮੇਰਾ ਖਿਆਲ ਹਾਕੀ ਇਹਨਾਂ ਨੇ ਖੇਡਣੀ ਸ਼ੁਰੂ ਕੀਤੀ ਆ ਤੇ ਉਸ ਤੋਂ ਬਾਅਦ 48 ਦੇ ਵਿੱਚ ਇਹਨਾਂ ਨੇ ਪਹਿਲਾ 골ਡ ਜਿਹੜਾ ਹੈ ਆਜ਼ਾਦੀ ਤੋਂ ਬਾਅਦ ਜਿੱਤ ਲਿਆ ਸੀ। ਉਸ ਤੋਂ ਪਹਿਲਾਂ ਵੀ ਇਹ ਹਾਕੀ ਖੇਡਦੇ ਰਹੇ ਆ, ਜਦੋਂ ਕਿ ਹਿੰਦੁਸਤਾਨ ਆਜ਼ਾਦ ਨਹੀਂ ਸੀ ਹੋਇਆ, ਉਸ ਤੋਂ ਪਹਿਲਾਂ ਵੀ ਖੇਡਦੇ ਰਹੇ ਆ। ਉਹਦੇ 'ਚ ਹੀ ਧਿਆਨ ਚੰਦ ਹੋਰਾਂ ਦਾ ਜ਼ਿਕਰ ਹੁੰਦਾ ਤੇ ਜਦੋਂ ਅਸੀਂ ਵਿਮਨਜ਼ ਹਾਕੀ ਦੀ ਗੱਲ ਕਰਦੇ ਹਾਂ ਤੇ 1980 ਦੇ ਵਿੱਚ ਪਹਿਲੀ ਵਾਰੀ ਉਸ ਮਾਸਕੋ ਓਲੰਪਿਕ ਦੇ ਵਿੱਚ ਹੀ ਔਰਤਾਂ ਦੀ ਜਿਹੜੀ ਹਾਕੀ ਆ ਉਹਨੇ ਭਾਗ ਲਿਆ ਸੀ। ਤੇ ਉਦੋਂ ਇਹ ਕਿਉਂਕਿ ਸਿਰਫ 6 ਟੀਮਾਂ ਸੀ, ਇਸ ਕਰਕੇ ਚੌਥੇ ਸਥਾਨ ਤੇ ਰਹੀਆਂ ਸੀ। ਉਸ ਤੋਂ ਬਾਅਦ ਇਹ ਫਿਰ ਕੁਆਲੀਫਾਈ ਹੀ ਨਹੀਂ ਕਰ ਸਕੀਆਂ ਤੇ ਪਿਛਲੇ ਸਾਲ 2016 ਦੇ ਵਿੱਚ, ਪਿਛਲੇ ਸਾਲ ਨਹੀਂ ਪਿਛਲੀਆਂ ਓਲੰਪਿਕ ਦੇ ਵਿੱਚ, ਰੀਓ ਦੇ ਵਿੱਚ ਜਦੋਂ ਓਲੰਪਿਕਸ ਹੁੰਦੀਆਂ, ਉੱਥੇ ਭਾਰਤ ਦੀ ਜਿਹੜੀ ਵਿਮਨਜ਼ ਟੀਮ ਸੀ ਉੱਥੇ ਪਹੁੰਚੀ। ਉੱਥੇ ਵੀ ਇਹਨਾਂ ਨੂੰ ਕੋਟੇ 'ਚ ਮਿਲ ਗਿਆ ਸੀ ਕਿਉਂਕਿ ਇਹਨਾਂ ਨੇ ਉਸ ਤੋਂ ਪਹਿਲਾਂ ਏਸ਼ੀਅਨ ਚੈਂਪੀਅਨ ਟਰੋਫੀ ਜਿਹੜੀ ਉਹ ਜਿੱਤੀ ਸੀ, ਇਹ ਏਸ਼ੀਅਨ ਕੱਪ ਵੀ ਜਿੱਤਿਆ ਸੀ 2004 ਦੇ ਵਿੱਚ ਤੇ 2017 ਦੇ ਵਿੱਚ। ਇਸ ਕਰਕੇ ਇਹਨਾਂ ਨੂੰ ਜਿਹੜੀਆਂ 16 ਦੀਆਂ ਓਲੰਪਿਕ ਸੀ, 16 ਦੀ ਏਸ਼ੀਅਨ ਚੈਂਪੀਅਨਸ਼ਿਪ ਜਿੱਤੀ ਸੀ, ਇਸ ਕਰਕੇ ਇਹਨਾਂ ਨੂੰ ਉਹਦੇ 'ਚ ਸਿੱਧੀ ਐਂਟਰੀ ਮਿਲ ਗਈ ਸੀ ਵਿਮਨਸ ਹਾਕੀ ਦੇ ਵਿੱਚ। ਪਰ ਉਸ ਓਲੰਪਿਕ ਦੇ ਵਿੱਚ ਭਾਰਤੀ ਔਰਤਾਂ ਦਾ ਪ੍ਰਦਰਸ਼ਨ ਜਿਹੜਾ ਸੀ ਉਹ ਬਹੁਤ ਹੀ ਨਕਾਰਾਤਮਕ ਰਿਹਾ ਸੀ। ਕੋਈ ਵੀ ਮੈਚ ਇਹਨਾਂ ਨੇ ਜਿੱਤਿਆ ਨਹੀਂ ਸੀ। ਸਿਰਫ ਇੱਕ ਮੈਚ ਇਹਨਾਂ ਨੇ ਜਾਪਾਨ ਨਾਲ 2-2 ਨਾਲ ਡਰਾ ਕੀਤਾ ਸੀ। ਉਸ ਤੋਂ ਬਾਅਦ ਅਰਜਨਟਾਈਨਾ ਨਾਲ, ਇੰਗਲੈਂਡ ਨਾਲ, ਆਸਟ੍ਰੇਲੀਆ ਨਾਲ, ਅਮਰੀਕਾ ਨਾਲ ਸਾਰੇ ਹੀ ਮੈਚ ਇਹਨਾਂ ਨੇ ਜਿਹੜੇ ਆ ਉਹ ਵੱਡੇ ਗੋਲਾਂ ਦੇ ਅੰਤਰ ਨਾਲ ਹਾਰੇ ਸੀ। ਇਸ ਵਾਰ ਦੀ ਜਦੋਂ ਓਲੰਪਿਕ ਦੀ ਸ਼ੁਰੂਆਤ ਹੋਈ, ਅਸੀਂ ਆਪਣੇ ਚੈਨਲ ਤੋਂ ਹੀ ਓਲੰਪਿਕ ਦਾ ਵਿਸ਼ੇਸ਼ ਪ੍ਰੋਗਰਾਮ ਜਦੋਂ ਰੱਖਿਆ, ਉਹਦੇ 'ਚ ਖੇਡ ਐਕਸਪਰਟ ਵੀ ਸਾਡੇ ਨਾਲ ਸੀ ਤੇ ਉਦੋਂ ਵੀ ਸਾਡਾ ਮੰਨਣਾ, ਖੇਡ ਐਕਸਪਰਟਸ ਦਾ ਮੰਨਣਾ ਇਹ ਸੀ ਕਿ ਭਾਰਤੀ ਵਿਮਨਜ਼ ਜਿਹੜੀ ਹਾਕੀ ਆ ਉਹ ਕੋਈ ਬਹੁਤ ਚੰਗੀ ਟੀਮ ਨਹੀਂ ਹੈਗੀ। ਪਹਿਲੇ 2 ਜਾਂ 3 ਮੈਚ ਇਹਨਾਂ ਨੇ ਬੁਰੇ ਤਰੀਕੇ ਨਾਲ ਹਾਰੇ ਸੀ ਤੇ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀਗਾ ਕਿ ਜੇ ਇਹ ਟੀਮ ਇੱਕ ਅੱਧਾ ਮੈਚ ਡਰਾ ਤੇ ਰੋਕ ਲਵੇ ਜਾਂ ਕਿਸੇ ਵਿਰੋਧੀ ਟੀਮ ਦੇ ਉੱਤੇ 1-2 ਗੋਲ ਵੀ ਕਰ ਦੇਵੇ, ਤਦ ਵੀ ਇਹਨਾਂ ਦੀ ਜਿਹੜੀ ਸਥਿਤੀ ਆ ਉਹ ਮੰਨਿਆ ਜਾਵੇਗਾ ਕਿ ਟੀਮ ਜਿਹੜੀ ਆ ਇੱਕ ਗ੍ਰਾਫ ਵਾਲੀ ਲਾਈਨ ਨੂੰ ਉੱਪਰ ਵੱਲ ਨੂੰ ਤੋਰ ਰਹੀ ਆ, ਜਾਂ ਜਿੱਤਣ ਵਾਲੀ ਟੀਮ ਵੱਲ ਵੱਧ ਰਹੀ ਆ, ਜਾਂ ਟੀਮ ਦਾ ਜਿਹੜਾ ਹੌਸਲਾ ਆ ਉਹ ਵੱਧ ਰਿਹਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤੀ ਵਿਮਨਜ਼ ਹਾਕੀ ਜਿਹੜੀ ਆ ਉਹ ਤਰੱਕੀ ਕਰਦੀ ਨਜ਼ਰ ਆਊਗੀ। ਪਰ ਤੁਹਾਨੂੰ ਯਾਦ ਹੋਣਾ, ਹਿੰਦੁਸਤਾਨ 'ਚ ਇੱਕ ਫਿਲਮ ਬੜੀ ਮਸ਼ਹੂਰ ਹੋਈ ਸੀ ਚੱਕ ਦੇ ਇੰਡੀਆ ਦੇ ਨਾਮ ਨਾਲ, ਉਹਦੇ 'ਚ ਵਿਮਨ ਹਾਕੀ ਦੇ ਬੜੇ ਚੰਗੇ ਦਿਨ ਦਿਖਾਏ ਗਏ ਆ। ਤੇ ਜਦੋਂ ਇਹ ਵਾਲਾ ਮੈਚ ਜਿਹੜਾ ਪਹਿਲਾਂ ਇਹਨਾਂ ਤੋਂ ਅੱਜ ਵਾਲੇ ਮੈਚ ਤੋਂ ਪਹਿਲਾਂ ਜਿਹੜਾ ਭਾਰਤੀ ਹਾਕੀ ਦੀ ਟੀਮ ਨੇ 2 ਮੈਚ ਜਿੱਤੇ ਆ,
ਉਹਨਾਂ ਦੇ ਵਿੱਚ ਜਦੋਂ ਅਸੀਂ ਦੇਖਿਆ ਤੇ ਭਾਰਤ ਦੀ ਹਾਕੀ ਦੀ ਟੀਮ ਨੇ, ਵਿਮਨਸ ਟੀਮ ਨੇ ਬਹੁਤ ਰਿਮਾਰਕੇਬਲ ਪ੍ਰਦਰਸ਼ਨ ਕੀਤਾ ਜੀ। ਫਿਰ ਉਸ ਤੋਂ ਬਾਅਦ ਇੱਕ ਮੈਚ ਜਿੱਤਣ ਤੋਂ ਬਾਅਦ ਬਹੁਤ ਖੁਸ਼ੀ ਸਾਰੇ ਹੀ ਹਾਕੀ ਪ੍ਰੇਮੀਆਂ ਨੂੰ ਤੇ ਹਾਕੀ ਖਿਡਾਰੀਆਂ ਨੂੰ ਤੇ ਹੋਣੀ ਹੋਈ ਸੀ ਕਿ ਲੱਗਦਾ ਸੀਗਾ ਕਿ ਟੀਮ ਜਿਹੜੀ ਆ ਆਪਣੀ ਲੈ ਦੇ ਵਿੱਚ ਆ ਗਈ ਆ। ਫਿਰ ਜਦੋਂ ਦੂਜਾ ਮੈਚ ਵੀ ਜਿੱਤ ਲਿਆ ਤੇ ਫਿਰ ਲੱਗਾ ਕਿ ਜੇ ਥੋੜੇ ਬਹੁਤੇ ਇੱਕ ਦੋ ਉਲਟ ਫੇਰ ਬਾਕੀ ਪੂਲਸ ਦੇ ਵਿੱਚ ਹੋ ਗਏ ਤਾਂ ਇਹ ਜਿਹੜੀ ਟੀਮ ਆ ਇਹ ਕੁਆਲੀਫਾਈ ਕਰ ਜਾਏਗੀ। ਤੇ ਉਸੇ ਦਿਨ ਸ਼ਾਮ ਨੂੰ ਫਿਰ ਖਬਰ ਆ ਗਈ ਕਿ ਭਾਰਤ ਦੀ ਜਿਹੜੀ ਹਾਕੀ ਟੀਮ ਆ ਵਿਮਨਸ ਦੀ ਵੀ ਆ ਉਹਨੇ ਕੁਆਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ। ਤੇ ਕਿਉਂਕਿ ਇਹ ਆਪਣੇ ਪੂਲ ਦੇ ਵਿੱਚ ਸਭ ਤੋਂ ਪਿੱਛੇ ਸੀ ਤੇ ਆਸਟ੍ਰੇਲੀਆ ਦੂਜੇ ਪੂਲ ਦੇ ਵਿੱਚ ਸਭ ਤੋਂ ਅੱਗੇ ਸੀ ਤੇ ਫਿਰ ਇਹਨਾਂ ਦਾ ਮੁਕਾਬਲਾ ਜਿਹੜਾ ਆ ਉਹ ਆਸਟ੍ਰੇਲੀਆ ਨਾਲ ਤੈਅ ਹੋਇਆ। ਫਿਰ ਲੱਗਦਾ ਸੀਗਾ ਕਿ ਆਸਟ੍ਰੇਲੀਆ ਦੀ ਜਿਹੜੀ ਟੀਮ ਆ ਉਹ ਬਹੁਤ ਮਜ਼ਬੂਤ ਟੀਮ ਆ, ਇੰਨੀ ਕੁ ਮਜ਼ਬੂਤ ਆ ਕਿ ਜਦੋਂ ਅਸੀਂ ਗੋਲ ਕਰਨ ਦੀ ਗੱਲਬਾਤ ਕਰਦੇ ਸੀ ਤੇ ਆਸਟ੍ਰੇਲੀਆ ਟੀਮ ਦੇ ਖਾਤੇ 'ਚ +12 ਗੋਲ ਸੀ ਕਿ ਉਹਨਾਂ ਨੇ ਜਿੰਨੇ ਗੋਲ ਕੀਤੇ ਆ ਤੇ ਜਿੰਨੇ ਗੋਲ ਉਹਨਾਂ ਨੇ ਖਾਧੇ ਆ ਉਹਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਗਿਣਤੀ ਆ ਉਹ +12 'ਚ ਆਉਂਦੀ ਸੀ। ਤੇ ਜਦੋਂ ਅਸੀਂ ਆਪਣੀ ਟੀਮ ਦੇ ਉਸ ਗੋਲ ਦੀ ਅੰਕੜਿਆਂ ਦੀ ਗੱਲ ਕਰਦੇ ਸੀ ਤੇ ਅਸੀਂ -7 'ਚ ਆਉਂਦੇ ਸੀ। ਤੇ ਉਹ ਟੀਮ ਕਾਫੀ ਬੈਲੈਂਸ ਟੀਮ ਸੀ, ਪਰ ਅਸੀਂ ਇਹ ਗੱਲ ਵੀ ਜਾਣਦੇ ਹਾਂ ਕਿ ਹਰ ਮੈਚ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਟੂਰਨਾਮੈਂਟ ਆ, ਹਰ ਮੈਚ ਦਾ ਇੱਕ ਸਮਾਂ ਆ ਤੇ ਉਹ ਖਿਡਾਰੀ 11 ਹੀ ਉੱਧਰ ਨੇ 11 ਹੀ ਇੱਧਰ ਨੇ। ਜਦੋਂ ਖੇਲਦੇ ਨੇ, ਜਦੋਂ ਸਮਾਂ ਤੁਹਾਡਾ ਸਾਥ ਦਿੰਦਾ ਤਾਂ ਫਿਰ ਤੁਸੀਂ ਵੱਡੀ ਤੋਂ ਵੱਡੀ ਟੀਮ ਨੂੰ ਵੀ ਜਿੱਤ ਸਕਦੇ ਆ ਤੇ ਹਾਰ ਵੀ ਸਕਦੇ ਆ। ਫਿਰ ਹੋਇਆ ਉਹੀ ਜਿਹਦੀ ਤੁਸੀਂ ਗੱਲ ਕੀਤੀ ਕਿ ਭਾਰਤ ਦੀ ਵਿਮਨਸ ਦੀ ਟੀਮ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾ ਦਿੱਤਾ। ਭਾਵੇਂ ਮੈਂ ਬਹੁਤ ਵੱਡਾ ਖੇਡ ਐਕਸਪਰਟ ਨਹੀਂ, ਪਰ ਮੇਰੀ ਨਜ਼ਰ ਦੇ ਵਿੱਚ ਹਾਕੀ ਦੇ ਵਿੱਚ ਇਸ ਓਲੰਪਿਕ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਆ ਉਲਟ ਫੇਰ ਹੋਣਾ ਆ ਹੁਣ ਤੱਕ ਦਾ। ਤੇ ਹੁਣ ਅਗਲਾ ਮੈਚ ਜਿਹੜਾ ਆ ਉਹ ਅਰਜਨਟਾਈਨਾ ਨਾਲ ਹੋਣਾ ਆ। ਉਹ ਦੇਖਦੇ ਆ ਕਿ ਭਾਰਤ ਦੀ ਹਾਕੀ ਟੀਮ ਜਿੱਦਾਂ ਚੱਲ ਰਹੀ ਆ, ਜਿਸ ਪ੍ਰਦਰਸ਼ਨ ਦੇ ਵਿੱਚ ਸਾਨੂੰ ਬਹੁਤ ਆਸ ਆ ਕਿ ਇੰਡੀਆ ਦੀ ਟੀਮ ਆਪਣਾ ਬੈਸਟ ਪ੍ਰਦਰਸ਼ਨ ਕਰੇ। ਮੈਚ ਜਿੱਤਣਾ ਜਾਂ ਨਹੀਂ ਜਿੱਤਣਾ ਇੱਕ ਵੱਖਰਾ ਵਿਸ਼ਾ ਆ। ਜੇਕਰ ਖਿਡਾਰੀ ਆਪਣਾ 100% ਦੇ ਕੇ ਪ੍ਰਦਰਸ਼ਨ ਕਰਦੇ ਆ ਤਾਂ ਫਿਰ ਜਿੱਤ ਜਿਹੜੀ ਆ ਉਹ ਬਹੁਤ ਸੁਖਾਲੀ ਹੋ ਜਾਂਦੀ ਆ ਤੇ ਜ਼ਰੂਰ ਹੋ ਜਾਂਦੀ ਆ। ਤੋ ਇੰਡੀਅਨ ਵਿਮਨਸ ਟੀਮ ਨੂੰ ਬਹੁਤ ਵਧਾਈ ਆ। ਸਾਨੂੰ ਆਪ ਨੂੰ ਪਰਸਨਲੀ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀਆਂ ਔਰਤਾਂ ਆ ਉਹ ਚੰਗਾ ਖੇਡ ਰਹੀਆਂ ਆ। ਇੱਕ ਹੋਰ ਗੱਲ ਆ ਜੀ, ਖੇਡਾਂ ਦਾ ਫਿਰ ਜਦੋਂ ਤੁਹਾਨੂੰ ਜਿੱਤ ਮਿਲਦੀ ਆ ਤੇ ਇੱਕ ਵਾਤਾਵਰਨ ਜਿਹੜਾ ਬਣਦਾ ਬਦਲ ਜਾਂਦਾ। ਦੂਸਰੀ ਗੱਲ ਇਹ ਆ ਕਿ ਜਿਹੜੀਆਂ ਵਿਮਨਸ ਜਾਂ ਜਿਹੜੇ ਖਿਡਾਰੀ ਖੇਡਦੇ ਨੇ ਉਹਨਾਂ ਨੂੰ ਫਿਰ ਕੰਪਨੀਜ਼ ਜਾਂ ਸਰਕਾਰੀ ਅਦਾਰੇ ਉਹਨਾਂ ਨੂੰ ਰੈਕਗਨਾਈਜ਼ ਕਰਦੇ ਨੇ, ਉਹਨਾਂ ਨੂੰ ਨੌਕਰੀ ਜਿਹੜੀ ਮਿਲਦੀ ਆ। ਹਾਲੇ ਤੱਕ ਮੈਨਸ ਦੀ ਜਿਹੜੀ ਹਾਕੀ ਉਹ ਬਹੁਤ ਸਿਕਿਉਰ ਮੰਨੀ ਜਾਂਦੀ ਹੈ, ਚਾਹੇ ਉਹ 에ਅਰ ਫੋਰਸ ਹੋਵੇ, ਚਾਹੇ ਆਰਮੀ ਹੋਵੇ, ਚਾਹੇ ਇਨਕਮ ਟੈਕਸ ਹੋਵੇ, ਚਾਹੇ ਰੇਲਵੇ ਹੋਵੇ, ਚਾਹੇ ਬੈਂਕਾਂ ਹੋਣ, ਉਹਨਾਂ ਨੂੰ ਜੌਬ ਜਿਹੜੀ ਆ ਉਹ ਸੁਧਾਰ ਦੇ ਉੱਤੇ ਮਿਲ ਜਾਂਦੀ ਹੈ। ਔਰਤਾਂ ਲਈ ਮੈਂ ਤੁਹਾਨੂੰ ਇੱਥੇ ਹੀ ਰੋਕ ਰਹੀ ਹਾਂ। ਪ੍ਰੋਗਰਾਮ 'ਚ ਬ੍ਰੇਕ ਦਾ ਵੇਲਾ ਹੈ। ਬ੍ਰੇਕ ਤੋਂ ਬਾਅਦ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਸੋ ਦਰਸ਼ਕੋ, ਬ੍ਰੇਕ ਤੋਂ ਬਾਅਦ ਇਸ ਪ੍ਰੋਗਰਾਮ 'ਚ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਤੇ ਅੰਮ੍ਰਿਤਪਾਲ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਬ੍ਰੇਕ ਲਗਾਈ ਸੀ। ਆਪਾਂ ਟੋਕੀਓ 올림픽ਸ ਤੇ ਗੱਲਬਾਤ ਕਰ ਰਹੇ ਸੀ ਜੀ। ਤੇ ਇਸ ਦੌਰਾਨ ਪੀਵੀ ਸਿੰਧੂ ਨੇ ਵੀ ਕਮਾਲ ਕੀਤਾ ਹੈ ਜੀ। ਸੋਨੇ ਦਾ ਨਹੀਂ, ਪਰ ਬ੍ਰੌਂਜ਼ ਮੈਡਲ ਤਾਂ ਉਹਨੇ ਹਾਸਲ ਕਰ ਲਿਆ। ਨਹੀਂ, ਉਹਨਾਂ ਨੇ ਬ੍ਰੌਂਜ਼ ਮੈਡਲ ਹਾਸਲ ਕੀਤਾ ਆ। ਉਸ ਤੋਂ ਪਹਿਲਾਂ ਇੱਕ ਉਹਨਾਂ ਨੇ ਕਮਾਲ ਪਿਛਲੀ 올림픽 'ਚ ਕੀਤਾ ਸੀ, ਉਦੋਂ ਉਹਨਾਂ ਨੇ ਸਿਲਵਰ ਮੈਡਲ ਜਿੱਤਿਆ ਸੀ। ਪਰਸਨਲ ਤੌਰ ਤੇ ਜਾਂ ਨਿੱਜੀ ਤੌਰ ਤੇ ਉਹਨਾਂ ਨੂੰ ਹੋ ਸਕਦਾ ਇਸ ਗੱਲ ਦਾ ਮਲਾਲ ਹੋਵੇ ਕਿ ਉਹ ਪਿਛਲੇ ਵਾਰ ਵਾਲਾ ਪ੍ਰਦਰਸ਼ਨ ਜਿਹੜਾ ਹੈ ਉਹ ਨਹੀਂ ਦੁਹਰਾ ਸਕੇ, ਪਰ ਅਸੀਂ ਇਸ ਗੱਲ ਨਾਲ ਸਾਰੇ ਹੀ ਸਹਿਮਤ ਹਾਂ, ਪੂਰੇ ਹਿੰਦੁਸਤਾਨ ਦੇ ਲੋਕ ਵੀ, ਸਾਰੀ ਦੁਨੀਆ ਦੇ ਲੋਕ ਵੀ, ਕਿ 올림픽 ਤੱਕ ਪਹੁੰਚਣਾ ਵੀ ਆਪਣੇ ਆਪ 'ਚ ਇੱਕ ਪ੍ਰਾਪਤੀ ਹੈ। ਸਾਰੀ ਦੁਨੀਆ ਦੇ ਵਿੱਚੋਂ ਹਰ ਦੇਸ਼ ਦੇ ਸਭ ਤੋਂ ਚੰਗੇ ਖਿਡਾਰੀ ਜਿਹੜੇ ਐਥਲੀਟ ਨੇ ਜਾਂ ਕਿਸੇ ਹੋਰ ਗੇਮਸ ਦੇ ਨੇ ਉੱਥੇ ਪਹੁੰਚਦੇ ਨੇ, ਉੱਥੇ ਪ੍ਰਦਰਸ਼ਨ ਕਰਦੇ ਨੇ ਤੇ ਇੱਕ ਵੱਖਰੀ ਤਰ੍ਹਾਂ ਦਾ ਦਬਾਅ ਉਹ ਝੱਲਦੇ ਨੇ। ਵੱਖਰਾ ਮੁਲਕ ਆ, ਵੱਖਰਾ ਐਟਮੋਸਫੇਅਰ ਆ ਤੇ ਕੋਵਿਡ ਦਾ ਜਿਹੜਾ ਦੌਰ ਆ ਉਹ ਵੀ ਆ ਤੇ ਦਰਸ਼ਕਾਂ ਤੋਂ ਬਿਨਾਂ ਖੇਡਣ ਦਾ ਤਜਰਬਾ ਵੀ ਬਹੁਤ ਸਾਰੇ ਖਿਡਾਰੀਆਂ ਲਈ ਉਹ ਇੱਕ ਵੱਖਰਾ ਹੋਵੇਗਾ। ਤੇ ਪੀਵੀ ਸਿੰਧੂ ਦੀ ਤੁਸੀਂ ਗੱਲ ਕੀਤੀ, ਉਹ ਬੈਡਮਿੰਟਨ ਦੇ ਖਿਡਾਰੀ ਨੇ ਤੇ ਉਹਨਾਂ ਨੇ ਪਿਛਲੀ ਵਾਰ ਵੀ ਸਿਲਵਰ ਜਿੱਤਿਆ ਸੀ ਤੇ ਇਸ ਵਾਰ ਉਹ ਇੱਕ ਸਿਲਵਰ ਦੇ ਨੇੜੇ ਸੀ, ਉਸ ਮੁਕਾਬਲੇ 'ਚ ਹਾਰ ਗਏ ਤੇ ਬਾਅਦ ਵਿੱਚ ਉਹਨਾਂ ਨੇ ਜਿਹੜਾ ਬ੍ਰੌਂਜ਼ ਮੈਡਲ ਜਿੱਤਿਆ। ਤੇ ਭਾਰਤ ਦੇ ਇਤਿਹਾਸ ਦੇ ਵਿੱਚ ਉਹ ਪਹਿਲੀ ਮਹਿਲਾ ਖਿਡਾਰੀ ਆ, ਪਹਿਲੀ ਔਰਤ ਖਿਡਾਰੀ ਆ ਜਿਹਨੇ 2 ਤਮਗੇ ਜਿੱਤੇ ਨੇ। ਇਹ ਮਾਣ ਇਸ ਤੋਂ ਪਹਿਲਾਂ ਭਾਰਤ ਵਿੱਚ ਜੇ ਖਿਡਾਰੀਆਂ ਦੀ ਗੱਲ ਕਰੀਏ ਲਿੰਗ ਭੇਦ ਤੋਂ ਬਿਨਾਂ ਤੇ ਸਿਰਫ ਇੱਕ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲਿਆ ਸੀ, ਹਰਿਆਣੇ ਤੋਂ ਜਿਹੜੇ ਪਲੇਅਰ ਸੀ। ਉਹਨਾਂ ਨੇ ਲੰਡਨ ਤੇ ਰੀਓ 올림픽 ਦੇ ਵਿੱਚ ਇਹ ਜਿਹੜਾ ਕਾਰਨਾਮਾ ਦੁਹਰਾਇਆ ਸੀ, ਪਰ ਉਹ ਜਿਹੜੀ ਖੇਡ ਸੀ ਜਾਂ ਉਹ ਜਿੱਤ ਸੀ ਜਾਂ ਉਹ ਜਿਹੜਾ ਨਸ਼ਾ ਸੀ ਉਹਨਾਂ ਦੇ ਸਿਰ ਨੂੰ ਇੰਨਾ ਚੜਿਆ ਕਿ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਇੱਕ ਆਪਣੇ ਤੋਂ ਜੂਨੀਅਰ ਖਿਡਾਰੀ ਨੂੰ
ਕੁੱਟ-ਕੁੱਟ ਕੇ ਮਾਰ ਦੇਣ ਦਾ ਕੇਸ ਚੱਲਦਾ ਹੋਇਆ ਤੇ ਉਹ ਕਤਲ ਦੇ ਇਲਜ਼ਾਮ 'ਚ ਜੇਲ੍ਹ ਬੰਦ ਨੇ। ਹਾਲਾਂਕਿ ਉਹ ਚਾਹੁੰਦੇ ਸੀ ਕਿ ਮੈਂ ਖੇਡਾਂ, ਪਰ ਉਹ ਜਿਹੜਾ ਸਫਲ ਨਹੀਂ ਹੋ ਸਕਿਆ ਉਸ ਕੇਸ ਦੇ ਹੋਣ ਕਰਕੇ, ਉਸ ਉਹਨਾਂ ਦੇ ਜੁਰਮ ਆਇਦ ਹੋਣ ਕਰਕੇ। ਤੇ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਨੇ। ਤੇ ਸਿਰਫ ਇਸ ਤਰੀਕੇ ਨਾਲ ਭਾਰਤ ਦੇ ਵਿੱਚ ਸਿਰਫ 2 ਖਿਡਾਰੀਆਂ ਨੂੰ ਇਹ ਮਾਣ ਹਾਸਲ ਆ। PV ਸਿੰਧੂ ਪਹਿਲੀ ਔਰਤ ਖਿਡਾਰੀ ਆ ਤੇ ਸੁਸ਼ੀਲ ਕੁਮਾਰ ਪਹਿਲੇ ਮਰਦ ਖਿਡਾਰੀ ਸੀ। ਤੇ ਜੇ ਮਰਦਾਂ ਤੇ ਔਰਤਾਂ ਦੀ ਗੱਲ ਕਰੀਏ ਤੇ ਦੋਵੇਂ ਇਕਲੌਤੇ ਨੇ। ਇਸ ਤੋਂ ਪਹਿਲਾਂ ਆਪਾਂ ਹਾਕੀ ਦੀ ਗੱਲ ਕਰਦੇ ਸੀ ਕਿ ਵਿਮਨਸ ਲਈ ਜਦੋਂ ਤੁਸੀਂ ਖੇਡਦੇ ਆ, ਵਿਮਨਸ ਲਈ ਜਾਂ ਮੈਨਸ ਲਈ, ਜਦੋਂ ਵੀ ਤੁਸੀਂ ਕੋਈ ਖੇਡ ਖੇਡਦੇ ਆ, ਆਪਣੀ ਜਵਾਨੀ ਦੇ ਚੰਗੇ ਸਾਲ ਤੇ ਬਹੁਤ ਜ਼ਿਆਦਾ ਮਿਹਨਤ ਲਾਉਂਦੇ ਆ, ਰਿਸੋਰਸਿਸ ਵੀ ਲਾਉਂਦੇ ਆ, ਤੇ ਫਿਰ ਤੁਹਾਨੂੰ ਭਵਿੱਖ ਦੀ ਚਿੰਤਾ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀ ਆ ਰਹਿੰਦੀ ਆ। ਤੇ ਮਰਦਾਂ ਦੀ ਹਾਕੀ ਮੁਕਾਬਲਤਨ ਔਰਤਾਂ ਦੇ ਕਾਫੀ ਸਿਕਿਉਰ ਆ। ਪਰ ਜੇ ਟੀਮ ਚੰਗਾ ਪ੍ਰਦਰਸ਼ਨ ਕਰਦੀ ਆ, ਜਿੱਦਾਂ ਹੁਣ ਤੱਕ ਇਹਨਾਂ ਨੇ ਸੈਮੀਫਾਈਨਲ 'ਚ ਪਹੁੰਚੀ ਆ, ਤੇ ਫਿਰ ਉਹ ਜਿਹੜੀਆਂ ਬਾਕੀ ਖਿਡਾਰਨਾਂ ਹੋਰ ਇਸ ਤੋਂ ਥੱਲੇ ਦੀਆਂ ਟੀਮਾਂ ਜਾਂ ਉਸ ਤੋਂ ਥੱਲੇ ਜ਼ਿਲ੍ਹਾ ਲੈਵਲ ਦੀਆਂ, ਸਟੇਟ ਲੈਵਲ ਦੀਆਂ ਟੀਮਾਂ, ਉਹਦੇ ਵਿੱਚ ਖਿਡਾਰੀਆਂ ਦਾ ਜਿਹੜਾ ਹੌਸਲਾ ਵੀ ਵੱਧਦਾ ਤੇ ਕੰਪਨੀਆਂ ਦਾ ਤੇ ਅਦਾਰਿਆਂ ਦਾ ਧਿਆਨ ਵੀ ਆਉਂਦਾ ਤੇ ਔਰਤਾਂ ਨੂੰ ਵੱਧ ਮੌਕੇ ਵੀ ਮਿਲਣਗੇ ਤੇ ਨੌਕਰੀਆਂ ਵੀ ਮਿਲਣਗੀਆਂ। ਤੇ ਭਾਰਤੀ ਖੇਡਾਂ ਦਾ ਜਿਹੜਾ ਮਾਹੌਲ ਆ ਉਹ ਹਾਕੀ ਵਿਮਨਸ ਦੇ ਨਾਲ ਜ਼ਰੂਰ ਇਸ ਗੱਲ ਨਾਲ ਬਦਲੇਗਾ। ਵੈਸੇ ਆਸ ਹਾਲੇ ਸਾਨੂੰ ਹੋ ਰਿਹਾ ਕਿ ਅਗਲੇ ਪ੍ਰੋਗਰਾਮ ਤੱਕ ਅਸੀਂ ਤਮਗਾ ਵੀ ਜਿੱਤ ਲਈਏ, ਇੱਕ ਹੋਰ ਜਾਂ 2 ਹੋਰ। ਜੀ ਤੇ ਸ਼ਰਮਾ ਜੀ, ਹੁਣ ਖੇਡਾਂ ਤੋਂ ਬਾਅਦ ਸਿਆਸਤ ਵੱਲ ਆਉਂਦੇ ਆ ਜੀ। ਤੇ ਸਿਆਸਤ ਦੀ ਗੱਲ ਪੰਜਾਬ ਤੋਂ ਹੀ ਸ਼ੁਰੂ ਕਰਦੇ ਆ। ਸਰਕਾਰ ਕੋਲ ਨਾ ਆਮ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਹੁੰਦੀਆਂ ਉਹਦੇ ਲਈ ਤਾਂ ਖਜ਼ਾਨਾ ਖਾਲੀ ਹੁੰਦਾ ਹੈ, ਪਰ ਆਪਣੇ ਵਿਧਾਇਕਾਂ ਲਈ ਖਜ਼ਾਨੇ ਦੇ ਮੂੰਹ ਖੁੱਲੇ ਰੱਖਦੀ ਹੈ। ਤੇ ਹੁਣ RTI 'ਚ ਇੱਕ ਨਵਾਂ ਖੁਲਾਸਾ ਹੋਇਆ ਹੈ, ਉਹ ਖੁਲਾਸਾ ਕੀ ਹੈ? ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ ਸੀ ਤੇ ਮੇਰੇ ਦਿਮਾਗ 'ਚ ਦੋਨੋਂ ਹੀ ਸਵਾਲ ਬੜੇ ਤਰਤੀਬ ਨਾਲ ਉੱਠਦੇ ਪਏ ਸੀ। ਇੱਕ ਤੇ ਬਹੁਤ ਚੰਗੀ ਗੱਲ ਆ ਕਿ ਵਿਮਨ ਐਮਪਾਵਰਮੈਂਟ ਦੀ ਜਾਂ ਮਹਿਲਾ ਸਸ਼ਕਤੀਕਰਨ ਦੀ ਅਸੀਂ ਗੱਲ ਕਰਦੇ ਹਾਂ, ਬਰਾਬਰੀ ਦੀ ਗੱਲ ਕਰਦੇ ਹਾਂ, ਤੇ ਕੁੜੀਆਂ ਨੇ ਬਹੁਤ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਤੇ ਸਿਆਸਤ ਦਾ ਘੋਲ ਜਿਹੜਾ ਆ, ਜਿੱਥੇ ਕਦੇ ਵੀ ਸਿਆਸਤਦਾਨ, ਚਾਹੇ ਉਹ ਇੱਕ ਪਾਰਟੀ ਦੇ ਹੋਣ, ਚਾਹੇ ਉਹ ਦੂਜੀ ਪਾਰਟੀ ਦੇ ਹੋਣ, ਚਾਹੇ ਉਹ ਤੀਜੀ ਪਾਰਟੀ ਦੇ ਹੋਣ, ਦੂਰੋਂ ਕਦੇ ਸੋਹਣੇ ਲੱਗਦੇ ਆ, ਨਵੀਆਂ ਪਾਰਟੀਆਂ ਬਣਦੀਆਂ ਜਾਂ ਜਦੋਂ ਉਹ ਸਟੇਜ ਤੇ ਬੋਲਦੇ ਨੇ, ਭਾਸ਼ਣ ਦਿੰਦੇ ਨੇ, ਤੇ ਬਹੁਤ ਚੰਗੇ ਲੱਗਦੇ ਨੇ। ਪਰ ਜਦੋਂ ਅਸੀਂ ਇਹਨਾਂ ਦੇ ਨੇੜੇ ਜਾਂਦੇ ਹਾਂ, ਜਦੋਂ ਅਸੀਂ ਇਹਨਾਂ ਦੇ ਕਾਰਨਾਮੇ ਦੇਖਦੇ ਹਾਂ, ਜਦੋਂ ਅਸੀਂ ਇਹਨਾਂ ਦੀਆਂ ਜਿਹੜੀਆਂ ਪਰਤਾਂ ਉਧੜਦੀਆਂ ਨੇ, ਚਾਹੇ ਉਹ RTI ਦੇ ਜ਼ਰੀਏ ਹੋਣ, ਚਾਹੇ ਉਹ ਫਿਰ ਇਹਨਾਂ ਦੀਆਂ ਕੁਝ ਪਰਸਨਲ ਮੀਟਿੰਗਸ ਦੇ ਵਿੱਚੋਂ ਹੋਣ, ਜਾਂ ਇਹਨਾਂ ਦੇ ਬੇਬਾਕ ਬੋਲ ਹੋਣ, ਜਿੱਦਾਂ BJP ਦੇ ਅਕਸਰ ਲੀਡਰ ਬੋਲਦੇ ਨੇ ਕਿਸਾਨ ਅੰਦੋਲਨ ਨੂੰ ਲੈ ਕੇ, ਜਾਂ ਬੀਤੇ ਦਿਨੀ ਅਸੀਂ ਗੋਆ ਦੇ ਮੁੱਖ ਮੰਤਰੀ ਦਾ ਬਿਆਨ ਪੜ੍ਹਿਆ ਸੀਗਾ ਵਿਮਨਸ ਦੇ ਉੱਤੇ ਕਿਸੇ ਅਤਿਆਚਾਰ ਨੂੰ ਲੈ ਕੇ, ਫਿਰ ਪਤਾ ਲੱਗਦਾ ਹੈ ਕਿ ਇਹ ਤੇ ਆਮ ਇਨਸਾਨਾਂ ਤੋਂ ਵੀ ਥੱਲੇ ਦੀ ਸੋਚ ਰੱਖਦੇ ਨੇ ਬਹੁਤੇ ਕਰਕੇ। ਜਿਹੜੀ ਤੁਸੀਂ ਅੱਜ ਦੀ ਗੱਲ ਕਰਦੇ ਆ ਪੰਜਾਬ ਦੀ ਸਿਆਸਤ ਵਿੱਚ, ਇੱਕ RTI ਦੀ ਖਬਰ ਆ, ਉਹ ਬਹੁਤ ਹੈਰਾਨ ਕਰਨ ਵਾਲੀ ਖਬਰ ਆ। 117 ਮੈਂਬਰੀ ਵਿਧਾਨ ਸਭਾ ਆ ਪੰਜਾਬ ਦੀ, ਤੇ 117 ਦੇ ਵਿੱਚੋਂ ਜਦੋਂ ਇਹਨਾਂ 117 ਦੇ 117 ਨੂੰ ਮਨਪਸੰਦ ਤਨਖਾਹ ਮਿਲਦੀ ਹੈ, ਮੋਬਾਈਲ ਦਾ ਖਰਚਾ ਵੱਖਰਾ ਮਿਲਦਾ, ਗੱਡੀ ਲਈ ਤੇਲ ਪੈਟਰੋਲ ਵੱਖਰਾ ਮਿਲਦਾ, ਗੱਡੀ ਵੀ ਨਾਲ ਮਿਲਦੀ ਆ, ਡਰਾਈਵਰ ਵੀ ਮਿਲਦਾ, ਦਫ਼ਤਰ ਵੀ ਮਿਲਦੇ ਨੇ, ਚੰਡੀਗੜ੍ਹ ਦੇ ਵਿੱਚ ਫਲੈਟ ਵੀ ਮਿਲਦੇ ਨੇ, PA ਦੀ ਤਨਖਾਹ ਵੀ ਮਿਲਦੀ ਆ, ਮੈਡੀਕਲ ਸਹੂਲਤਾਂ ਵੀ ਮਿਲਦੀਆਂ, ਸਾਰੇ ਸਟੇਟ ਦੇ ਵਿੱਚ ਘੁੰਮਣ ਲਈ ਹੋਰ ਵੀ ਸਾਰੀਆਂ ਜਿਹੜੀਆਂ ਸਹੂਲਤਾਂ ਆ ਉਹ ਇਹਨਾਂ ਨੂੰ ਮਿਲਦੀਆਂ। ਤੇ ਮੇਰਾ ਖਿਆਲ 15 ਕੁ ਸਾਲ ਤੋਂ ਸਟੇਟ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਨਹੀਂ ਹੋ ਰਹੀ ਜਿੱਥੇ ਪੈਨਸ਼ਨ ਮਿਲਦੀ ਹੋਵੇ। ਤੇ ਇਹ ਜਦੋਂ ਵੀ ਮੈਂਬਰ ਬਣ ਜਾਣ, ਆਪਣਾ ਟਰਮ ਪੂਰਾ ਕਰ ਲੈਣ, ਤੇ ਇਹਨਾਂ ਨੂੰ ਪੈਨਸ਼ਨ ਵੀ ਮਿਲਦੀ। ਇਹਨਾਂ ਨੂੰ ਆਪਣੀ ਤਨਖਾਹ ਵਧਾਉਣ ਲਈ ਕਦੇ ਕਿਤੇ ਧਰਨਾ ਜਾਂ ਕਦੇ ਕਿਤੇ ਸੰਗਠਿਤ ਹੋ ਕੇ ਰੌਲਾ ਨਹੀਂ ਪਾਉਣਾ ਪੈਂਦਾ, ਕਿਉਂਕਿ ਇਹ ਐਸੇ ਲੋਕ ਨੇ ਜਦੋਂ ਵਿਧਾਨ ਸਭਾ 'ਚ ਬੈਠਦੇ ਨੇ, ਕਾਨੂੰਨ ਬਣਾਉਂਦੇ ਨੇ, ਤੇ ਆਪਣੀ ਜਿਹੜੀ ਤਨਖਾਹ ਲਈ ਮਤੇ ਆਪਣੇ ਆਪ ਪਾ ਸਕਦੇ ਨੇ। ਹੋਰ ਕਿਸੇ ਗੱਲ ਲਈ ਜਦੋਂ ਉੱਥੇ ਕੋਈ ਬਿੱਲ ਪੇਸ਼ ਹੁੰਦਾ ਤੇ ਵਿਰੋਧੀ ਤੇ ਸੱਤਾਧਾਰੀ ਆਪਸ 'ਚ ਭਿੜ ਸਕਦੇ ਨੇ, ਪਰ ਜਦੋਂ ਤਨਖਾਹ ਦਾ ਜਾਂ ਪੈਨਸ਼ਨ ਦਾ ਮੁੱਦਾ ਹੋਵੇ ਤੇ ਇਹ ਚੁੱਪਚਾਪ ਜਿਹੜੀ ਆ ਉਸ ਚੀਜ਼ ਨੂੰ ਸੈਟਿੰਗ ਕਰ ਲੈਂਦੇ ਨੇ। ਕਈ ਵਾਰ ਇਹ ਸਾਲ ਬਾਅਦ, ਕਈ ਵਾਰ 2 ਸਾਲ ਬਾਅਦ ਜਾਂ 3-4 ਸਾਲ ਬਾਅਦ ਤੇ ਆਮ ਹੀ ਆਪਣੀ ਜਿਹੜੀ ਤਨਖਾਹ ਜਾਂ ਪੈਨਸ਼ਨ ਹੈ ਉਹਦੇ 'ਚ ਵਾਧਾ ਕਰ ਲੈਂਦੇ ਨੇ। ਤੇ ਸਾਰੇ ਹਿੰਦੁਸਤਾਨ ਦੇ ਵਿੱਚ ਜਾਂ ਸਾਰੀ ਦੁਨੀਆ ਵਿੱਚ ਹੀ ਇਹ ਨਿਯਮ ਜਿਹੜੇ ਆ ਪ੍ਰਚਲਿਤ ਹੋਣਗੇ ਕਿ ਜਦੋਂ ਤੁਹਾਨੂੰ ਤਨਖਾਹ ਮਿਲ ਗਈ ਆ ਤੇ ਉਹਦੇ ਤੇ ਜੋ ਤੁਹਾਡਾ ਇੱਕ ਸਰਕਾਰੀ ਸਲੈਬ ਆ, ਤੁਸੀਂ ਟੈਕਸ ਜਿਹੜਾ ਆ ਉਹ ਆਪਣੀ ਤਨਖਾਹ ਚੋਂ ਪੇ ਕਰਨਾ। ਪਰ ਇਹ ਐਸੇ ਹੋਣਹਾਰ ਮੁਲਾਜ਼ਮ ਨੇ ਸਾਡੀ ਸਰਕਾਰ ਦੇ, ਇਹ ਐਸੇ ਹੋਣਹਾਰ ਨੇ ਜਿਹੜੇ ਤਨਖਾਹ ਲੈ ਕੇ ਜੇਬ 'ਚ ਪਾ ਲੈਂਦੇ ਨੇ ਤੇ ਟੈਕਸ ਜਿਹੜਾ ਇਹਨਾਂ ਦਾ ਉਹ ਸਰਕਾਰ ਪੇ ਕਰਦੀ ਹੈ। ਹੁਣ ਇਹ ਆਪ ਹੀ ਸਰਕਾਰ ਨੇ ਆਪ ਹੀ ਸਾਰਾ ਕੁਝ ਕਰਨਾ, ਆਪਣੀ ਜੇਬ 'ਚੋਂ ਟੈਕਸ ਦੇਣ ਦੀ ਬਜਾਏ ਇਹ ਟੈਕਸ ਜਿਹੜਾ ਆ ਉਹ ਵੀ ਸਰਕਾਰ ਪੇ ਕਰਦੀ ਆ। RTI ਨੇ ਹੁਣ ਖੁਲਾਸਾ ਕੀਤਾ ਕਿ 117 ਮੈਂਬਰੀ ਵਿਧਾਨ ਸਭਾ ਦੇ ਵਿੱਚੋਂ 93 ਮੈਂਬਰ ਅਜਿਹੇ ਨੇ ਜਿਨ੍ਹਾਂ ਦਾ ਟੈਕਸ ਜਿਹੜਾ ਆ ਉਹ ਪੰਜਾਬ ਸਰਕਾਰ ਪੇ ਕਰਦੀ ਆ, ਜਿਹੜਾ ਕੋਈ 3 ਕਰੋੜ ਦੇ ਨੇੜੇ ਤੇੜੇ, ਪੌਣੇ 3 ਕਰੋੜ ਜਿਹੜੀ ਆ ਅਮਾਊਂਟ ਉਹਦੀ ਦੱਸੀ ਜਾਂਦੀ ਆ ਪਿਛਲੇ 4 ਸਾਲਾਂ ਦੇ ਵਿੱਚ, ਜਾਣੀ ਕਿ ਇਸ ਸਰਕਾਰ 'ਚ 17-18 'ਚ ਪੇ ਕੀਤਾ ਇਹਨਾਂ ਨੇ ਕੋਈ 82 ਲੱਖ ਦੇ ਕਰੀਬ, 18-19 'ਚ 65 ਲੱਖ, ਫਿਰ ਉਸ ਤੋਂ ਬਾਅਦ 65-66 ਲੱਖ ਦੇ ਨੇੜੇ ਤੇੜੇ, ਤੇ ਇਸ ਵਾਰ ਜਿਹੜਾ ਇਸ ਸਾਲ ਦਾ 20-21 ਦਾ ਟੈਕਸ ਆ ਉਹ ਕੋਈ 62 ਲੱਖ ਦੇ ਕਰੀਬ ਪੇ ਕੀਤਾ
ਪੰਜਾਬ ਸਰਕਾਰ ਨੇ ਜੀ 2018 ਦੀ ਮੈਂ ਇੱਕ ਅੱਜ ਦੀ ਅਖਬਾਰ ਦੇਖਦਾ ਸੀਗਾ ਕਿ ਪੰਜਾਬ ਸਰਕਾਰ ਨੇ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀ ਜੀ ਕਿ ਜਿਹੜਾ ਇਹ ਟੈਕਸ ਆ ਇਹ ਇੱਕ ਵੱਡਾ ਬੋਝ ਆ ਪੰਜਾਬ ਸਰਕਾਰ ਦੇ ਉੱਤੇ, ਕਿਉਂਕਿ ਅਸੀਂ ਤੁਹਾਨੂੰ ਤਨਖਾਹ ਦਿੰਨੇ ਆ ਤੇ ਤੁਹਾਨੂੰ ਇਹ ਜਿਹੜਾ ਫਾਇਦਾ ਹੈ, ਜਿਹੜਾ ਬੈਨੀਫਿਟ ਆ, ਇਹ ਨਹੀਂ ਲੈਣਾ ਚਾਹੀਦਾ। ਉਹਦੇ ਲਈ ਉਹਨਾਂ ਨੇ ਕੁਝ ਗੱਲਾਂ ਵੀ ਕੀਤੀਆਂ ਸੀ ਤੇ ਸਵੈ ਇੱਛਾ ਨਾਲ ਵੀ ਇਹ ਗੱਲ ਕੀਤੀ ਸੀ, ਪਰ ਉਹਦਾ ਅਸਰ ਕਿਸੇ ਤੇ ਹੋਇਆ ਕਿਸੇ ਤੇ ਨਹੀਂ ਹੋਇਆ। ਮੁਖਤਸਰ ਜਿਹੇ ਰੂਪ 'ਚ ਜੇ ਦੇਖੀਏ ਤੇ ਕੁਝ ਕੁ ਨਾਮ ਆਉਂਦੇ ਨੇ, ਕੈਪਟਨ ਸਾਹਿਬ ਦਾ ਆਪਣਾ ਨਾਂ ਆ, ਉਹਦੇ 'ਚ ਕੁਲਜੀਤ ਨਾਗਰੇ ਦਾ ਨਾਂ ਸੀ, ਬੈਂਸ ਭਰਾ ਦਾ ਨਾਂ ਆ, ਜਾਂ ਕੁਝ ਮਿਨਿਸਟਰਸ ਨੇ ਜਿਹੜੇ ਟੈਕਸ ਆਪਣੇ ਕੋਲੋਂ ਦਿੰਦੇ ਨੇ। ਉਹਦੇ ਬਾਰੇ ਵੀ ਕਿਹਾ ਜਾਂਦਾ ਕਿ ਉਹਨਾਂ ਨੇ ਕੁਝ ਹੋਰ ਛੋਟਾਂ ਲੈ ਰੱਖੀਆਂ ਨੇ, ਇਸ ਕਰਕੇ ਉਹ ਟੈਕਸ ਰਿਬੇਟ ਦੇ ਵਿੱਚ ਨਹੀਂ ਆਉਂਦੇ ਜਾਂ ਉਹਨਾਂ ਦਾ ਟੈਕਸ ਜਿਹੜਾ ਉਹਨਾਂ ਦੀ ਤਨਖਾਹ 'ਚੋਂ ਕੱਟਿਆ ਜਾਂਦਾ। ਇਹ 93 ਜਿਹੜੇ ਨਾਮ ਨੇ, ਇਹਨਾਂ ਦੇ ਵਿੱਚੋਂ ਜੇ ਤੁਸੀਂ ਗੱਲ ਕਰੋ ਤੇ ਕਿਹਦਾ ਨਾਂ ਆ, ਤੇ ਪਹਿਲਾਂ ਤਾਂ ਇਹ 117 ਚੋਂ 93 ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਨੰਬਰ ਆ। ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਉਹਦੇ ਵਿੱਚ ਹੈ। ਆਮ ਆਦਮੀ ਪਾਰਟੀ ਦੇ 15 ਵਿਧਾਇਕਾਂ ਦੇ ਨਾਮ ਨੇ, ਸ਼੍ਰੋਮਣੀ ਅਕਾਲੀ ਦਲ ਦੇ 10 ਵਿਧਾਇਕਾਂ ਦੇ ਨਾਂ ਨੇ, ਬੀਜੇਪੀ ਦੇ 2 ਤੇ ਕਾਂਗਰਸ ਦੇ 69 ਜਿਹੜੇ ਬੰਦੇ ਨੇ ਉਹਦੇ ਵਿੱਚ ਸ਼ਾਮਲ ਨੇ। ਸੋ ਇਹ ਹੁਣ ਦੇਖੋ ਗੱਲ ਹੁਣ ਫਿਰ ਤੁਸੀਂ ਪੁੱਛੋਗੇ ਕਿ ਸਿੱਧੂ ਸਾਹਿਬ ਦੀ ਜਿਹੜੀ ਚਰਚਾ ਆ ਬਹੁਤ ਆ, ਉਹ ਕਿਹੜੇ ਪਾਸੇ ਨੇ? ਉਹ ਵੀ ਇਸ ਟੈਕਸ ਦੀ ਰਿਬੇਟ ਲੈਣ ਵਾਲਿਆਂ 'ਚ ਨੇ। ਪਰ ਮੈਨੂੰ ਲੱਗਦਾ ਕਿਉਂਕਿ ਆਰਟੀਆਈ ਦਾ ਖੁਲਾਸਾ ਅੱਜ ਹੋਇਆ ਤੇ ਹੁਣ ਉਹ ਇਹਦਾ ਐਲਾਨ ਜ਼ਰੂਰ ਕਰ ਦੇਣਗੇ ਕਿ ਉਹ ਇਦਾਂ ਦੀਆਂ ਗੱਲਾਂ ਦੇ ਉੱਤੇ ਬਹੁਤ ਤਕੜੇ ਰਹਿੰਦੇ ਨੇ, ਛੇਤੀ ਰਿਐਕਟ ਕਰਦੇ ਨੇ। ਰਾਜਕੁਮਾਰ ਵੇਰਕਾ ਨੇ ਇਹ ਗੱਲ ਕਹੀ ਆ ਕਿ ਸਾਰੇ ਜਿਹੜੇ MLAs ਨੇ ਉਹਨਾਂ ਨੂੰ ਆਪਣਾ ਟੈਕਸ ਆਪਣੇ ਕੋਲੋਂ ਭਰਨਾ ਚਾਹੀਦਾ। ਦੇਖੋ ਜਦੋਂ ਤੁਸੀਂ ਤਨਖਾਹ ਲੈ ਰਹੇ ਆ, ਹੋਰ ਮੈਂ 5-7 ਸਹੂਲਤਾਂ ਗਣਾਈਆਂ, ਸਾਰੀਆਂ ਹੀ ਤੁਸੀਂ ਸਰਕਾਰ ਤੋਂ ਲੈ ਰਹੇ ਆ, ਫਿਰ ਤੁਹਾਨੂੰ ਇਹ ਜਿਹੜੀ ਚੀਜ਼ ਆ ਉਹਦੇ ਉੱਤੇ ਥੋੜਾ ਜਿਹਾ ਗਰੇਜ਼ ਕਰਨਾ ਚਾਹੀਦਾ। ਜੇ ਤੁਸੀਂ ਆਪਣੇ ਕੋਲ ਹੀ ਸਾਰਾ ਕੁਝ ਆਪ ਹੀ ਵਧਾ ਲੈਣਾ ਆ, ਫਿਰ ਵੀ ਥੋੜਾ ਜਿਹਾ ਖਿਆਲ ਤੇ ਇਸ ਗੱਲ ਦੇ ਉੱਤੇ ਰੱਖਣਾ ਚਾਹੀਦਾ। ਅੰਮ੍ਰਿਤਪਾਲ ਜੀ, ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਰਹੇ ਹਾਂ ਨਾ, ਉਹਦੇ ਵਿੱਚ ਤੁਸੀਂ ਗੱਲ ਕੀਤੀ ਸੀ ਪੈਨਸ਼ਨ ਦੀ। ਇੱਕ ਵਾਰ ਵਿਧਾਇਕ ਬਣਨ ਤੋਂ ਬਾਅਦ ਪੈਨਸ਼ਨ ਮਿਲ ਜਾਂਦੀ ਹੈ, ਫਿਰ ਦੂਜੀ ਵਾਰ ਉਹ ਬੰਦਾ ਵਿਧਾਇਕ ਬਣ ਜਾਏ ਫਿਰ ਦੂਜੀ ਪੈਨਸ਼ਨ ਲੱਗ ਜਾਂਦੀ ਹੈ। ਆਮ ਤੌਰ ਤੇ ਆਮ ਲੋਕ ਇਹ ਚਰਚਾ ਕਰਦੇ ਨੇ, ਤੇ ਜੇ ਸਾਡੀ ਤਨਖਾਹ ਇੱਕ ਵਾਰ ਵਧੀ ਹੈ ਤੇ ਸਾਨੂੰ ਪੈਨਸ਼ਨ ਨਹੀਂ ਮਿਲਦੀ, ਤੇ ਇਹਨਾਂ ਵਿਧਾਇਕਾਂ ਨੂੰ ਕਿਉਂ ਇੰਨੀ ਵਾਰੀ ਪੈਨਸ਼ਨ ਮਿਲਦੀ ਹੈ? ਦੇਖੋ ਪਹਿਲਾਂ ਹੀ ਅਸੀਂ ਇਹ ਗੱਲ ਬੜੇ ਸਪਸ਼ਟ ਰੂਪ 'ਚ ਦੱਸੀ ਹੈ ਕਿ ਇਹ ਐਸੇ ਲੋਕ ਨੇ ਜਿਨ੍ਹਾਂ ਨੇ ਆਪਣੀ ਤਨਖਾਹ ਤੇ ਆਪਣੀ ਪੈਨਸ਼ਨ ਆਪ ਹੀ ਨਿਰਧਾਰਿਤ ਕਰਨੀ ਆ ਤੇ ਆਪ ਹੀ ਲੈਣੀ ਆ। ਫਿਰ ਇਹ ਇਸ ਗੱਲ ਦੀ ਜਿਹੜੀ ਰੌਲਾ ਆ ਇਹ ਬਹੁਤ ਪੁਰਾਣਾ ਨਹੀਂ ਹੈਗਾ, ਪਰ ਪਿਛਲੇ ਇੱਕ ਸਮੇਂ ਤੋਂ ਜਦੋਂ ਕੋਈ ਸੋਸ਼ਲ ਮੀਡੀਆ ਬਹੁਤ ਐਕਟੀਵੇਟ ਹੋਇਆ, ਜਦੋਂ ਤੋਂ ਲੋਕਾਂ ਨੂੰ RTI ਦਾ ਪਤਾ ਲੱਗਣਾ ਸ਼ੁਰੂ ਹੋਇਆ, ਉਸ ਤੋਂ ਬਾਅਦ ਇਹਦੀ ਚਰਚਾ ਜਿਹੜੀ ਆ ਬਹੁਤ ਰਹਿੰਦੀ ਹੈ। ਇਸੇ ਕਰਕੇ 18 ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਵੀ ਕਿ ਜਿਹੜੀ ਹੈਗੀ ਆ ਇਨਕਮ ਟੈਕਸ ਆ ਉਹਨੂੰ ਤੁਸੀਂ ਆਪ ਪੇ ਕਰੋ। ਜੇ ਹੁਣ ਇਹਦੀ ਆਪਾਂ ਦੂਸਰੀ ਗੱਲ ਕਰੀਏ, 129 MLA ਨੇ ਜਿਹੜੇ ਧਿਰ ਦੇ ਵਿੱਚ ਬੈਠੇ ਨੇ ਸਾਬਕਾ, ਜਿਹੜੇ ਇੱਕ ਤੋਂ ਵੱਧ ਪੈਨਸ਼ਨ ਲੈ ਰਹੇ ਨੇ। 182 ਜਾਂ 184 MLAs ਨੇ ਜਿਹੜੇ ਸਾਬਕਾ ਨੇ, ਜਿਹੜੇ ਪੈਨਸ਼ਨਸ ਲੈ ਰਹੇ ਨੇ, ਤੇ ਉਹਨਾਂ ਦੀ ਜਿਹੜੀ ਪੈਨਸ਼ਨ ਦੀ ਅਮਾਊਂਟ ਆ ਉਹ 10 ਕਰੋੜ ਤੋਂ ਵੱਧ ਜਾਂਦੀ ਆ ਸਾਲ ਦੇ ਵਿੱਚ ਜਦੋਂ ਉਹ ਪੈਨਸ਼ਨ ਲੈਂਦੇ ਨੇ। ਪੰਜਾਬ ਦੀ ਜਦੋਂ ਅਸੀਂ ਇਕਨੋਮਿਕ ਕੰਡੀਸ਼ਨਸ ਦੀ ਗੱਲ ਕਰੀਏ, 2006-2007 ਦੇ ਵਿੱਚ ਜਦੋਂ ਸਰਕਾਰ ਬਦਲਦੀ ਆ, ਅਕਾਲੀ ਦਲ ਦੀ ਆਉਂਦੀ ਆ ਸਰਕਾਰ, ਤੇ 40,000 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਦੇ ਉੱਤੇ ਸੀ। 2007 ਤੋਂ 2017 ਤੱਕ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਤੇ ਉਹ ਕਰਜ਼ਾ ਜਿਹੜਾ ਸੀ ਉਹ ਵੱਧ ਕੇ 1.5 ਲੱਖ ਕਰੋੜ ਦੇ ਕਰੀਬ ਹੋ ਗਿਆ। ਅੱਜ ਉਸ ਕਰਜ਼ੇ ਦੀ ਜਿਹੜੀ ਅਮਾਊਂਟ ਆ ਉਹ 1 ਲੱਖ ਕਰੋੜ ਹੋਰ ਵੱਧ ਗਈ, 2,60,000 ਕਰੋੜ ਦੇ ਨੇੜੇ ਤੇੜੇ ਉਹ ਕਰਜ਼ਾ ਹੋ ਗਿਆ। ਤੇ 24-25 ਤੱਕ ਇਸ ਕਰਜ਼ੇ ਦੇ ਪੌਣੇ 4 ਲੱਖ ਕਰੋੜ ਹੋਣ ਦੀ ਉਮੀਦ ਆ। ਤੇ ਉਹ ਜਿਹੜੀ ਕਰਜ਼ੇ ਦੀ ਅਮਾਊਂਟ ਜਿਸ ਸਪੀਡ ਨਾਲ ਵੱਧਦੀ ਆ ਤੇ ਜਿਸ ਸਪੀਡ ਨਾਲ ਸਾਡੇ ਕੋਲ ਜਿਹੜੇ ਸਾਬਕਾ ਨੌਕਰਸ਼ਾਹ, ਸਾਬਕਾ MLA, ਸਾਬਕਾ MP, ਸਾਬਕਾ ਮਿਨਿਸਟਰ ਨੇ, ਉਹਨਾਂ ਨੂੰ ਜਿਹੜੀਆਂ ਪੈਨਸ਼ਨਸ ਦੇਣ ਦਾ ਜਿਹੜਾ ਸਿਸਟਮ ਆ ਤੇ ਰਵਾਇਤ ਆ, ਜਦੋਂ ਤੁਸੀਂ ਆਮ ਮੁਲਾਜ਼ਮ ਜਿਹੜੇ 58 ਸਾਲ ਦੀ ਨੌਕਰੀ ਤੋਂ ਬਾਅਦ ਰਿਟਾਇਰ ਹੁੰਦੇ ਨੇ, ਉਹਨਾਂ ਨੂੰ ਤੁਸੀਂ ਕਹਿਤਾ ਕਿ 2002 ਤੋਂ ਬਾਅਦ ਜਿਹੜੀ ਭਰਤੀ ਆ ਉਹਨੂੰ ਅਸੀਂ ਪੈਨਸ਼ਨ ਜਿਹੜੀਆਂ ਉਹ ਨਹੀਂ ਦੇ ਸਕਦੇ, ਤੇ ਆਪਣੀ ਤੁਸੀਂ ਪੈਨਸ਼ਨ ਇੱਕ ਰੱਖ ਲਓ। ਜੇ 5 ਸਾਲ ਤੁਸੀਂ ਬਹੁਤ ਤਰੱਦਦ ਨਾਲ, ਬਹੁਤ ਤਨਦੇਹੀ ਨਾਲ ਭਾਰਤ ਪੰਜਾਬ ਦੀ ਸੇਵਾ ਕੀਤੀ ਆ ਤੇ ਇੱਕ ਪੈਨਸ਼ਨ ਲੈ ਲਓ। ਸੇਵਾ ਜਿੰਨੀ ਕੁ ਕਰਦੇ ਨੇ, ਇਹ ਤੁਸੀਂ ਹੁਣ ਚਲੋ ਮਜ਼ਾਕ ਦਾ ਵਿਸ਼ਾ ਨਹੀਂ ਹੈ, ਪਰ ਸੀਰੀਅਸਲੀ ਬਿਲਕੁਲ ਇੱਕ ਵਾਰ ਤੋਂ ਬਾਅਦ ਤੁਸੀਂ ਦੂਸਰੀ ਪੈਨਸ਼ਨ ਲੈਣ ਦੇ ਹੱਕਦਾਰ ਨਾ ਬਣੋ। ਫਿਰ ਉਸ ਤੋਂ ਬਾਅਦ ਫਿਰ ਤੁਸੀਂ ਟੈਕਸ ਦਾ ਵੀ ਉਹਦੇ ਤੇ ਰੱਖਦੇ ਆ। ਪਰਮਿੰਦਰ ਜੀ, ਹੈਰਾਨੀ ਦੀ ਹੱਦ ਇਸ ਤੋਂ ਵੀ ਅੱਗੇ ਆ ਕਿ ਇਹ ਕਈ ਕਰੋੜ ਰੁਪਈਆ ਉੱਥੋਂ ਐਡਵਾਂਸ ਦੇ ਵਿੱਚ ਆਪਣੀ ਪੈਨਸ਼ਨ ਦੇ ਤੌਰ ਤੇ ਵੀ ਲੈ ਲੈਂਦੇ ਨੇ, ਤੇ ਕਈ ਵਾਰ ਤਨਖਾਹਾਂ ਵੀ ਬਹੁਤ ਐਡਵਾਂਸ ਲੈ ਲੈਂਦੇ ਨੇ, ਜਿਹੜੀਆਂ ਬਾਅਦ ਵਿੱਚ ਹੌਲੀ ਕਰਕੇ ਮੋੜਦੇ ਨੇ। ਉਹਦੇ ਤੇ ਵਿਆਜ ਦਿੰਦੇ ਨੇ ਕਿ ਨਹੀਂ ਦਿੰਦੇ ਨੇ, ਇੱਕ ਅੱਧਾ ਕੋਈ ਹੋਰ RTI ਪਾਊਗਾ ਤਾਂ ਪਤਾ ਲੱਗ ਜੂ। ਤੇ ਅੰਮ੍ਰਿਤਪਾਲ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਗੱਲ ਪੰਜਾਬ ਦੀ ਚੱਲ ਰਹੀ ਹੈ
ਤੇ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਹਲਚਲ ਤਾਂ ਹੈ, ਕੈਪਟਨ ਵੀ ਜਾਗੇ ਲੱਗਦੇ ਨੇ। ਕੈਪਟਨ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਇਹ ਹਲਚਲ ਕਿੰਨਾ ਮੁੱਦਿਆਂ ਨੂੰ ਲੈ ਕੇ ਜ਼ਿਆਦਾ ਵੱਧ ਰਹੀ ਹੈ? ਬਿਲਕੁਲ ਪਰਮਿੰਦਰ ਜੀ, ਸਿਆਸਤ ਜਿਹੜੀ ਆ ਉਹ ਜਦੋਂ ਚੋਣਾਂ ਆਉਂਦੀਆਂ ਨੇ ਤੇ ਫਿਰ ਇਹਨਾਂ ਨੂੰ ਇਦਾਂ ਲੱਗਦਾ ਜਿੱਦਾਂ ਕੋਈ ਵੱਡਾ ਤਿਉਹਾਰ ਆ ਰਿਹਾ ਜਾਂ ਕੋਈ ਵਿਆਹ ਆ ਰਿਹਾ ਤੇ ਉਹਦੀ ਤਿਆਰੀ ਜਿਹੜੀ ਆ ਉਹ ਆਰੰਭ ਦਿੰਦੇ ਨੇ। ਵੈਸੇ ਤਾਂ ਇਹ ਜਦੋਂ ਇੱਕ ਚੋਣਾਂ ਜਿੱਤਦੇ ਨੇ ਉਦੋਂ ਹੀ ਸੋਚਣ ਲੱਗ ਪੈਂਦੇ ਨੇ ਕਿ ਅਗਲੀਆਂ ਚੋਣਾਂ ਤੱਕ ਅਸੀਂ ਕੀ ਕਰਨਾ ਹੈ। ਪਰ ਪੰਜਾਬ ਸਰਕਾਰ 4.5 ਸਾਲ ਮੌਜ ਦੇ ਵਿੱਚ ਬੈਠੀ ਰਹੀ ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਵਿਰੋਧ ਦੇ ਵਿੱਚ ਕੁਝ ਵੱਡੀ ਹਲਚਲ ਨਹੀਂ ਹੋ ਰਹੀ ਜੀ। ਪਰ ਜਦੋਂ ਅੰਦਰੋਂ ਹਲਚਲ ਹੋਈ, ਸਿੱਧੂ ਸਾਹਿਬ ਨੂੰ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ ਤੇ ਕੈਪਟਨ ਸਾਹਿਬ ਨੇ ਫਿਰ ਕੱਲ ਹੁਣ ਇੱਕ ਅਨਾਉਂਸ ਕੀਤਾ। ਬਹੁਤ ਲੰਬੇ ਸਮੇਂ ਤੋਂ ਬਾਅਦ ਮੈਨੂੰ ਲੱਗਦਾ ਉਹ ਸਰਕਾਰੀ ਦੌਰੇ ਤੇ ਬਾਹਰ ਨਿਕਲੇ ਤੇ ਊਧਮ ਸਿੰਘ ਸੁਨਾਮ ਗਏ। ਊਧਮ ਸਿੰਘ ਦੇ ਸ਼ਹੀਦੀ ਦਿਨ ਤੇ ਉਹਨਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ ਤੇ ਉੱਥੇ ਕੁਝ ਬਿਆਨ ਵੀ ਦਿੱਤੇ, ਗੱਲਾਂ ਬਾਤਾਂ ਵੀ ਕੀਤੀਆਂ ਕਿਉਂਕਿ ਕੋਵਿਡ ਹੁਣ ਠੀਕ ਹੋ ਗਿਆ ਤੇ ਫਿਰ ਉੱਥੇ ਰਸ਼ ਵੀ ਸੀ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਹੈ, ਰਿਊਮਰਸ ਜਿਹੜੀਆਂ ਉਹਨਾਂ ਦੀ ਕੋਈ ਥਾਂ ਨਹੀਂ ਆ। ਮੈਂ ਮੁੱਖ ਮੰਤਰੀ ਹਾਂ, ਮੈਂ ਸਰਕਾਰ ਚਲਾ ਰਿਹਾ ਤੇ ਸਿੱਧੂ ਸਾਹਿਬ ਪਾਰਟੀ ਪ੍ਰਧਾਨ ਨੇ ਤੇ ਉਹ ਪਾਰਟੀ ਚਲਾ ਰਹੇ ਨੇ। ਪਰ ਸਾਰਾ ਪੰਜਾਬ ਜਾਣਦਾ ਹੈ ਕਿ ਮੁੱਖ ਮੰਤਰੀ ਉਹ ਕਿਹਨਾਂ ਸ਼ਰਤਾਂ ਤੇ ਨੇ ਤੇ ਉਹ ਪਾਰਟੀ ਪ੍ਰਧਾਨ ਕਿਹਨਾਂ ਸ਼ਰਤਾਂ ਤੇ ਨੇ ਤੇ ਰਿਊਮਰਸ ਕਿੰਨੀਆਂ ਕੁ ਨੇ ਤੇ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਪਰ ਜਿਹੜੀ ਤੁਸੀਂ ਗੱਲ ਦੱਸੀ ਕਿ ਜਦੋਂ ਤੋਂ ਦਿੱਲੀ ਤੋਂ ਹੋ ਕੇ ਆਏ ਨੇ ਉਦੋਂ ਤੋਂ ਜਿਹੜੇ ਨੁਕਤੇ ਨੇ ਉਹਨਾਂ ਤੇ ਚਰਚਾ ਜਿਹੜੀ ਆ ਉਹ ਬਹੁਤ ਤਰੀਕੇ ਨਾਲ ਹੋ ਰਹੀ ਆ, ਵਿਉਂਤਬੰਦੀ ਵੀ ਹੋ ਰਹੀ ਆ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਲਈ ਇੱਕ ਦੌੜ ਲੱਗੀ ਹੋਈ ਆ ਕਿ ਜੋ 4.5 ਸਾਲ 'ਚ ਅਸੀਂ ਨਹੀਂ ਕਰ ਸਕੇ ਉਹਨੂੰ ਹੁਣ ਜਿੰਨੀ ਜਲਦੀ ਹੋ ਸਕੇ, ਜਿੰਨਾ ਹੋ ਸਕੇ ਉਹ ਕਰ ਲਈਏ ਤਾਂ ਜੋ ਅਸੀਂ ਲੋਕਾਂ ਦੀ ਨਜ਼ਰ ਦੇ ਵਿੱਚ ਫਿਰ ਠੀਕ ਹੋ ਕੇ ਇਲੈਕਸ਼ਨ ਦੇ ਸਾਹਮਣੇ ਆਪਣੀਆਂ ਜਿਹੜੀਆਂ ਗੱਲਾਂ ਲੋਕਾਂ ਸਾਹਮਣੇ ਰੱਖ ਸਕੀਏ ਕਿ ਅਸੀਂ ਜੇ ਥੋੜ੍ਹਾ ਬਹੁਤ ਗਲਤ ਕੀਤਾ ਜਾਂ ਥੋੜ੍ਹਾ ਬਹੁਤ ਲੇਟ ਕੀਤਾ ਤੇ ਉਹਦਾ ਜਿਹੜਾ ਠੀਕਰਾ ਆ ਉਹ ਕਰੋਨਾ ਸਿਰ ਭੰਨਦੇ ਆ, ਪਰ ਫਿਰ ਵੀ ਅਸੀਂ ਕਾਫੀ ਜਿਹੜਾ ਪੰਜਾਬ ਦਾ ਵਿਕਾਸ ਉਹ ਕਰ ਲਿਆ। ਤੇ ਜਿਹੜੇ ਆਮ ਲੋਕ ਨੇ ਜਾਂ ਪੜ੍ਹੇ ਲਿਖੇ ਲੋਕ ਨੇ ਜਾਂ ਸਮਝਦਾਰ ਲੋਕ ਨੇ ਉਹਨਾਂ ਨੂੰ ਤਾਂ ਇਹ ਸ਼ਬਦ ਹੀ ਹੁਣ ਭੈੜਾ ਲੱਗਣ ਲੱਗ ਗਿਆ। ਇੱਕ ਵੱਡਾ ਵਾਅਦਾ ਸੀ ਕਿ ਅਸੀਂ 750 ਰੁਪਏ ਜਿਹੜੀ ਪੈਨਸ਼ਨ ਇੱਕ ਦਿੰਦੇ ਆ, ਬੁਢਾਪਾ ਪੈਨਸ਼ਨ ਆ, ਉਹਦੇ 'ਚ ਇਕੱਲਾ ਬੁਢਾਪਾ ਵੀ ਨਹੀਂ ਹੈਗਾ, ਉਹ ਵਿਧਵਾ ਪੈਨਸ਼ਨ ਵੀ ਆ, ਜਿਹੜੇ ਜਿਨ੍ਹਾਂ ਦਾ ਕੋਈ ਨਹੀਂ ਹੈਗਾ, ਬੱਚੇ ਗੈਰ ਆਸ਼ਰਿਤ ਨੇ ਜਿਨ੍ਹਾਂ ਦਾ ਕੋਈ ਨਹੀਂ ਹੈ ਉਹਨਾਂ ਲਈ ਵੀ ਆ, ਤੇ ਨਾਲ ਦੀ ਨਾਲ ਉਹ ਬੁੱਢਿਆਂ ਬਜ਼ੁਰਗਾਂ ਵਾਸਤੇ ਵੀ ਹੈ ਤੇ ਵਿਧਵਾਵਾਂ ਵਾਸਤੇ ਵੀ ਆ, ਅੰਗਹੀਣਾਂ ਵਾਸਤੇ ਵੀ ਉਹੀ ਪੈਨਸ਼ਨ ਹੈ। ਇਸ ਟੋਟਲ ਗਿਣਤੀ ਦੇ ਵਿੱਚ ਕੋਈ 26-27 ਲੱਖ ਲੋਕ ਜਿਹੜੇ ਨੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਬਜ਼ੁਰਗ ਨੇ, 17 ਲੱਖ ਦੇ ਕਰੀਬ ਬਜ਼ੁਰਗ ਨੇ। ਉਹ ਪੈਨਸ਼ਨ ਜਿਹੜੀ ਆ ਉਹ 750 ਤੋਂ 1500 ਕਰਨ ਦੀ ਗੱਲ ਜਿਹੜੀ ਆ 1 ਜੁਲਾਈ ਤੋਂ ਹੋ ਗਈ ਸੀ। ਪਰ ਉਹ ਸਿਰਫ ਫਿਰ ਉਹੀ ਗੱਲ ਆ ਕਿ ਆਦਤ ਪਈ ਹੋਈ ਆ ਬਿਆਨ ਦੇਣ ਦੀ, ਤੇ ਬਿਆਨ ਦੇ ਕੇ ਸਾਨੂੰ ਕਈ ਵਾਰ ਸ਼ਾਮ ਨੂੰ ਜਾ ਕੇ ਭੁੱਲ ਜਾਂਦਾ ਕਿ ਅਸੀਂ ਕੀ ਕਹਿ ਕੇ ਆਏ ਆ। ਉਹ ਲਿਖਤੀ ਨੋਟ ਨਹੀਂ ਦਿੱਤਾ ਜਾਂਦਾ ਤੇ ਪੈਸੇ ਜਿਹੜੇ ਆ ਉਹ ਖਜ਼ਾਨੇ 'ਚ ਉਦੋਂ ਹੀ ਡਰਾ ਹੋਣੇ ਆ ਜਦੋਂ ਮਿਨਿਸਟਰੀਅਲ ਦੇ ਵਿੱਚ ਉਹਦਾ ਪ੍ਰੋਪਰ ਮਤਾ ਪਾ ਕੇ ਸਾਰਾ ਕੁਝ ਠੀਕ ਹੋ ਜਾਣਾ ਤੇ ਫਿਰ ਚੈੱਕ ਜਿਹੜਾ ਵਿਡਰਾਵਲ ਜਾਣਾ। ਹਾਲਾਂਕਿ ਬਜਟ ਦੇ ਵਿੱਚ 4000 ਕਰੋੜ ਰੁਪਈਆ ਰੱਖ ਦਿੱਤਾ ਗਿਆ ਸੀ, ਪਰ ਫਿਰ ਕੱਲ ਫਿਰ ਮੈਡਮ ਜਿਹੜੇ ਅਰੁਣਾ ਚੌਧਰੀ ਆ ਇਸ ਮਿਨਿਸਟਰੀ ਦੇ ਹੱਕਦਾਰ ਨੇ, ਅਹੁਦੇਦਾਰ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸੇ ਮਹੀਨੇ ਦੇ ਵਿੱਚ ਜਿਹੜੇ ਜੁਲਾਈ ਵਾਲੀ ਪੈਨਸ਼ਨ ਆ ਉਹ 750 ਰੁਪਇਆ ਤੋਂ ਵਧਾ ਕੇ 1500 ਰੁਪਏ ਜਿਹੜੀ ਆ ਉਹ ਕਰ ਦਿੱਤੀ ਜਾਊਗੀ। ਇਹਦੇ ਨਾਲ ਦੀ ਨਾਲ ਜਿਹੜੀ ਦੂਸਰੀ ਟਰਮ ਆ ਉਹਦੇ ਵਿੱਚ ਇਹ ਗੱਲ ਕੀਤੀ ਗਈ ਆ, ਦੂਸਰੇ ਮੁੱਦੇ ਦੀ ਗੱਲ ਜਿਹੜੀ ਆ ਉਹ ਇਹ ਹੋ ਰਹੀ ਆ ਕਿ ਜਿਹੜੇ 65000 ਜਾਂ 66000 ਦੇ ਕਰੀਬ ਸਰਕਾਰੀ ਮੁਲਾਜ਼ਮ ਜਿਹੜੇ ਕੰਟਰੈਕਟ ਬੇਸ ਤੇ ਭਰਤੀ ਨੇ, ਇਹ ਵੀ ਕੋਈ ਪਿਛਲੇ 15 ਸਾਲਾਂ ਤੋਂ ਇੱਕ ਰਵਾਇਤ ਤੁਰੀ ਆ ਕਿ ਜਦੋਂ ਖਜ਼ਾਨਾ ਜਿਹੜਾ ਆ, ਜਿੱਦਾਂ ਅਸੀਂ ਹੁਣੇ ਖਜ਼ਾਨੇ ਦੀਆਂ ਗੱਲਾਂ ਕਰਦੇ ਹਟੇ ਆ ਕਿ ਆਪਣੇ ਲਈ ਖੋਲ੍ਹਣਾ ਹੋਵੇ ਤੇ ਸਾਰਾ ਕੁਝ ਹੈਗਾ, ਆਪਣੀਆਂ ਗੱਡੀਆਂ ਲੈਣੀਆਂ ਹੋਣ ਤੇ ਚਾਹੇ ਉਹ 50 ਲੱਖ ਦੀ ਆਵੇ, ਚਾਹੇ 30 ਲੱਖ ਦੀ ਆਵੇ, ਚਾਹੇ ਮਿਨਿਸਟਰ ਨੂੰ ਚਾਹੀਦੀ ਹੈ, ਚਾਹੇ ਸੈਕਟਰੀ ਨੂੰ ਚਾਹੀਦੀ ਹੈ, ਚਾਹੇ ਅੰਡਰ ਸੈਕਟਰੀ ਨੂੰ ਚਾਹੀਦੀ ਹੈ, ਉਹਦੇ ਲਈ ਤਾਂ ਫਿਰ ਖਜ਼ਾਨੇ 'ਚ ਪੈਸੇ ਆ ਜਾਂਦੇ ਨੇ। ਤੇ ਜਦੋਂ SC BC ਸਟੂਡੈਂਟਸ ਦਾ ਵਜ਼ੀਫਾ ਹੋਵੇ ਫਿਰ ਉਹ ਜਿਹੜਾ ਸੈਂਟਰ ਤੋਂ ਆਇਆ ਫੰਡ ਆ ਉਹ ਵੀ ਕਿਤੇ ਹੋਰ ਖਰਚ ਲਿਆ ਜਾਂਦਾ। ਤੇ ਜਦੋਂ ਹੁਣ ਦੂਸਰੇ ਸਰਕਾਰੀ ਮੁਲਾਜ਼ਮ ਜਿਹੜੇ ਕੰਟਰੈਕਟ ਤੇ ਰੱਖੇ ਹੋਏ ਨੇ, ਕੋਈ ਸਾਲ ਤੋਂ, ਕੋਈ 2 ਸਾਲ ਤੋਂ, ਕੋਈ 6 ਸਾਲ ਤੋਂ, ਕੋਈ 10 ਸਾਲ ਤੋਂ ਲਟਕ ਰਿਹਾ, ਕੋਈ 20 ਸਾਲ ਤੋਂ ਵੀ ਲਟਕ ਰਿਹਾ, ਉਹਦੇ ਲਈ ਵੀ ਹੁਣ ਮੁੱਖ ਮੰਤਰੀ ਸਾਹਿਬ ਨੇ ਤੇਜ਼ ਕਦਮੀ ਦਿਖਾਈ ਆ ਕਿ ਸਤੰਬਰ ਦੇ ਵਿੱਚ ਜਿਹੜਾ ਮੌਨਸੂਨ ਸੈਸ਼ਨ ਪੰਜਾਬ ਸਰਕਾਰ ਦਾ ਆ ਉਹਦੇ ਵਿੱਚ ਇੱਕ ਖਾਸ ਬਿੱਲ ਲਿਆ ਕੇ ਉਸ ਬਿੱਲ ਨੂੰ ਪਾਸ ਕਰਵਾ ਕੇ ਤੇ ਉਹ ਜਿਹੜੇ 60 ਤੋਂ ਉੱਪਰ ਨੇ 65-66 ਹਜ਼ਾਰ ਮੁਲਾਜ਼ਮ ਹੈ ਉਹਨਾਂ ਨੂੰ ਪੱਕੇ ਕਰਨ ਦੀ ਜਿਹੜੀ ਨੀਤੀ ਆ ਉਹ ਤੇ ਅਮਲ ਹੋਣ ਜਾ ਰਿਹਾ। ਪਰ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਇਹੋ ਜਿਹਾ ਹੀ ਬਿੱਲ ਪਿਛਲੀ ਸਰਕਾਰ ਵੀ ਲੈ ਕੇ ਆਈ ਸੀ, ਅਕਾਲੀ ਸਰਕਾਰ ਜਿਹੜੀ ਸੀ BJP ਦੇ ਸਹਿਮਤੀ ਨਾਲ ਬਣੀ ਹੋਈ ਸੀ, ਉਹ ਵੀ ਇਹੋ ਜਿਹਾ ਬਿੱਲ ਲੈ ਕੇ ਆਈ ਸੀ, ਪਰ ਉਹ ਪਾਸ ਵੀ ਹੋ ਗਿਆ ਸੀ, ਪਰ ਪਾਸ ਹੋਣ ਦੇ ਬਾਅਦ ਵੀ ਉਹਨੂੰ ਲਾਗੂ ਨਹੀਂ ਸੀ ਕੀਤਾ ਗਿਆ। ਹੁਣ ਇਹ ਸਰਕਾਰ ਜਿਹੜੀ ਆ ਆਖਰੀ ਸਮੇਂ ਦੇ ਵਿੱਚ ਆ, ਮਹੀਨੇ ਥੋੜ੍ਹੇ ਰਹਿੰਦੇ ਆ ਤੇ ਅਗਲੀ ਵਾਰ ਇਲੈਕਸ਼ਨ ਦੀ ਤਿਆਰੀ ਆ, ਹੋ ਸਕਦਾ ਕਿ ਉਸ ਬਿੱਲ ਨੂੰ ਇਹ ਪਾਸ ਕਰ ਦੇਣ ਤੇ ਤਾਂ ਜੋ ਉਹ ਜਿਹੜੇ ਮੁਲਾਜ਼ਮ ਨੇ ਜਿਹੜੇ ਜਿਨ੍ਹਾਂ ਦੇ ਕਈ ਸਾਲ ਉਸ ਊਂਠ ਦੇ ਬੁੱਲ ਨੂੰ ਲਟਕਦਿਆਂ ਦੇਖ ਕੇ ਲੰਘ ਗਏ ਕਿ ਕਦੋਂ ਇਹ ਡਿੱਗੇਗਾ, ਕਦੋਂ ਅਸੀਂ ਪੱਕੇ ਹੋਵਾਂਗੇ, ਕਦੋਂ ਸਾਡੀ ਤਨਖਾਹ ਰੈਗੂਲਰ ਹੋਵੇਗੀ, ਕਦੋਂ ਸਾਡਾ ਇੰਨੇ ਸਾਲ ਨੌਕਰੀ ਤੇ ਲਾਉਣ ਤੋਂ ਬਾਅਦ ਵੀ ਭਵਿੱਖ ਜਿਹੜਾ ਹੈ ਉਹ ਲਟਕਦਾ ਪਿਆ, ਅਸੀਂ ਇੱਧਰ ਹਾਂ ਜਾਂ ਉੱਧਰ ਹਾਂ, ਉਹ ਪੱਕਾ ਹੋਵੇਗਾ। ਹੋ ਸਕਦਾ
ਆਸ ਬੱਝੀ ਆ ਇੱਕ ਕਹਿਣ ਤੋਂ, ਜੇ ਯਕੀਨ ਤੇ ਇਹਨਾਂ ਤੇ ਕਰਨਾ ਨਹੀਂ ਬਣਦਾ, ਪਰ ਕਰ ਵੀ ਕੀ ਸਕਦੇ ਆ ਤੁਸੀਂ? ਜੋ ਬੰਦਾ ਇੱਕ ਕਹਿ ਰਿਹਾ ਸਾਹਮਣੇ ਵਾਲਾ ਉਹਦੇ ਤੇ ਯਕੀਨ ਹੀ ਕਰ ਸਕਦਾ। ਆਸ ਆ ਕਿ ਅਗਲੀ ਸੰਸਦ ਦੇ ਵਿੱਚ ਜਦੋਂ ਵਿਧਾਨ ਸਭਾ 'ਚ ਬਿੱਲ ਪੇਸ਼ ਹੁੰਦਾ ਤੇ ਜੇ ਉਹ ਪਾਸ ਹੋ ਜਾਂਦਾ, ਕਿਉਂਕਿ ਮੈਜੋਰਟੀ ਇਹਨਾਂ ਕੋਲ, ਪਾਸ ਹੋ ਜਾਏਗਾ। ਪਰ ਜਿੱਦਾਂ ਦੀ ਰਾਜਨੀਤਿਕ ਉਠਲ ਪਠਲ ਹੋਈ ਆ, ਜਿੱਦਾਂ ਆਮ ਆਦਮੀ ਪਾਰਟੀ ਵੱਖਰੇ ਤੌਰ ਤੇ ਇਲੈਕਸ਼ਨ ਲੜਨ ਲਈ ਬਹੁਤ ਤਿਆਰ ਆ, ਸ਼੍ਰੋਮਣੀ ਅਕਾਲੀ ਦਲ ਨੇ BSP ਨਾਲ ਸਮਝੌਤਾ ਕਰ ਲਿਆ ਤੇ ਉਹ ਬਹੁਤ ਤਿਆਰ ਨੇ, BJP ਵਾਲੇ ਆਪਣੇ ਕਮਰ ਕੱਸੇ ਕਰੀ ਬੈਠੇ ਨੇ, ਉਹਨਾਂ ਨੇ ਵੀ ਕੁਝ ਯੋਜਨਾਵਾਂ ਲੀਕੀਆਂ ਨੇ, ਤੇ ਕੈਪਟਨ ਸਰਕਾਰ ਨੂੰ ਜਿੰਨੀ ਚੁਣੌਤੀ ਪਾਰਟੀ 'ਚੋਂ ਮਿਲੀ ਉਹਨੂੰ ਦੇਖਦਿਆਂ ਹੋਇਆਂ ਲੱਗਦਾ ਕਿ ਹੁਣ ਇਹਨਾਂ ਨੂੰ ਉਹ ਮੁਲਾਜ਼ਮਾਂ ਦੀਆਂ ਜਿਹੜੀਆਂ ਵੋਟਾਂ ਆ ਉਹਦੇ ਤੇ ਧਿਆਨ ਰੱਖਦਿਆਂ ਹੋਇਆਂ ਇਸ ਕੰਮ ਨੂੰ ਇਹ ਅੰਜਾਮ ਦੇ ਦੇਣਗੇ। ਤੇ ਨਾਲ ਦੀ ਨਾਲ ਜਿਹੜੇ ਸਾਡੀਆਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਸੰਘਰਸ਼ ਦੇ ਰਾਹ ਤੇ ਤੁਰੀਆਂ ਹੋਈਆਂ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਗਿਣਤੀ ਟੀਚਰਾਂ ਦੀ ਆ, ਤੇ ਇੱਕ ਅਧਿਆਪਕ ਸੁਰਿੰਦਰਪਾਲ ਨਾਮ ਦਾ ਅਧਿਆਪਕ, ਨੌਕਰੀ ਪੇਸ਼ਾ ਨਹੀਂ, ਅਧਿਆਪਕ ਦੀ ਉਹਨੇ ਪੜ੍ਹਾਈ ਪੂਰੀ ਕੀਤੀ ਆ। ETT ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਇੱਕ ਟੈਸਟ ਲੈਂਦੀ ਸੀ ਟੈਟ, ਉਹ ਵੀ ਉਹਨੇ ਪਾਸ ਕੀਤਾ ਹੋਇਆ ਸੀ। ਉਹ ਹੈਰਾਨੀ ਦੀ ਗੱਲ ਇਹ ਆ, ਦੁਨੀਆ ਦੇ ਵਿੱਚ ਸਾਰਿਆਂ ਨੇ ਉਹ ਦੇਖਿਆ, ਇੰਟਰਨੈਸ਼ਨਲ ਲੈਵਲ ਤੇ ਵੀ ਉਸ ਖਬਰ ਦਾ ਜ਼ਿਕਰ ਹੋਇਆ, ਪਰ ਸਰਕਾਰ ਨੂੰ ਉਹਦੀ ਜਿਹੜੀ ਆ ਸੂਝ ਹੋਣ ਨਹੀਂ ਲੱਗੀ। ਹੁਣ ਉਹਨੂੰ ਕੱਲ ਟੈਂਕੀ ਤੋਂ ਉਤਾਰਿਆ ਗਿਆ, 135 ਦਿਨ ਹੋ ਗਏ ਸੀ ਉਹਨੂੰ ਟਾਵਰ ਤੇ ਚੜੇ ਹੋਏ ਨੂੰ, ਤੇ ਉਹਨੂੰ ਰੱਸੀਆਂ ਦੀ ਮਦਦ ਨਾਲ ਉੱਪਰੋਂ ਲਾਇਆ ਗਿਆ ਕਿਉਂਕਿ ਉਹ ਬੇਹੋਸ਼ ਸੀ। ਸੋ ਇਹ ਬੜੀ ਇੱਕ ਸ਼ਰਮਨਾਕ ਗੱਲ ਆ, ਗੈਰ ਸੰਵੇਦਨਾਸ਼ੀਲ ਸਰਕਾਰ ਕਹਿ ਸਕਦੇ ਆ ਇਹਨੂੰ ਤੁਸੀਂ, ਜਿਹੜੀ ਬਿਲਕੁਲ ਬੇਸ਼ਰਮਾ ਵਾਲਾ ਰੁੱਖ ਅਖਤਿਆਰ ਕਰਕੇ ਬੈਠੀ ਆ। ਇੰਨੇ ਦਿਨਾਂ ਤੋਂ ਉਹ ਬੰਦਾ ਬੈਠਾ ਸੀ, 135 ਦਿਨ ਬਾਅਦ ਵੀ ਤੇ ਤੁਸੀਂ ਉਹਦੀ ਮੰਗ ਜਿਹੜੀ ਆ ਉਹ ਪ੍ਰਵਾਨ ਕੀਤੀ ਆ। ਜਦੋਂ ਉਹਦੀ ਤੁਹਾਨੂੰ ਲੱਗਦਾ ਹੈ ਕਿ ਉਹ ਇੱਕ ਬੰਦੇ ਬੇਰੁਜ਼ਗਾਰ ਨੇ, ਪੜ੍ਹੇ ਲਿਖੇ ਨੇ, ਟੈਸਟ ਪਾਸ ਕੀਤਾ ਹੋਇਆ ਨੇ, ਤੁਹਾਡੇ ਕੋਲ ਅਸਾਮੀਆਂ ਜਿਹੜੀਆਂ ਖਾਲੀ ਨੇ ਤੇ ਉਹਨਾਂ ਨੂੰ ਤੁਸੀਂ ਨੌਕਰੀਆਂ ਦੇ ਦਿਓ, ਜਾਂ ਫਿਰ ਕੋਈ ਇਹੋ ਜਿਹਾ ਸਿਸਟਮ ਬਣਾਓ ਕਿ ਘੱਟੋ ਘੱਟ ਲੋਕ ਇਸ ਲੈਵਲ ਦੇ ਪ੍ਰਦਰਸ਼ਨ ਤਾਂ ਨਾ ਕਰਨ। ਉਹਨਾਂ ਨੂੰ ਤੁਸੀਂ ਕੋਈ ਪੱਕੀ ਨਹੀਂ ਦੇ ਸਕਦੇ, ਕੋਈ ਕੱਚੀ ਨਹੀਂ ਦੇ ਸਕਦੇ, ਕੋਈ ਹੋਰ ਰੁਜ਼ਗਾਰ ਜਾਂ ਕੋਈ ਅਜਿਹੀ ਸਿਸਟਮ ਡਿਵੈਲਪ ਕਰਨਾ ਚਾਹੀਦਾ, ਸਰਕਾਰਾਂ ਦਾ ਕੰਮ ਹੀ ਆ ਇਹ। ਪਰ ਉਹਨੂੰ ਹੁਣ ਉਤਾਰਿਆ ਗਿਆ ਤੇ ਉਤਾਰ ਕੇ ਸਭ ਤੋਂ ਪਹਿਲਾਂ ਹਸਪਤਾਲ ਲਿਜਾਇਆ ਗਿਆ। ਉਹਨਾਂ ਦੀ ਵੀ ਜਿਹੜੀ ਮੰਗ ਆ ਮੰਨ ਲਈ ਆ ਕਿ 6000 ਤੋਂ ਵੱਧ ਅਸਾਮੀਆਂ ਲਈ ਜਿਹੜਾ ਆ ਨੋਟੀਫਿਕੇਸ਼ਨ ਹੈ, ਜਿਹੜਾ ਇਸ਼ਤਿਹਾਰ ਆ ਉਹ ਜਾਰੀ ਕਰ ਦਿੱਤਾ ਗਿਆ, ਉਹਦੇ ਲਈ ਅਪਲਾਈ ਕਰਨਗੇ ਤੇ ਉਹਨਾਂ ਨੂੰ ਜਿਹੜੀ ਨੌਕਰੀ ਆ ਉਹ ਦੇਖਦੇ ਆ ਕਿ ਆਉਣ ਵਾਲੇ ਕਿੰਨੇ ਕੁ ਸਮੇਂ 'ਚ ਮਿਲਦੀ ਆ। ਨਾਲ ਦੀ ਨਾਲ ਜਿਹੜੀ ਉਹਨਾਂ ਦੀ ਇੱਕ ਵੱਡੀ ਮੰਗ ਸੀ ਉਹ ਵੀ ਮੰਨ ਲਈ ਗਈ ਆ ਕਿ ਉਹਨਾਂ ਦੀਆਂ ਜਿਹੜੀਆਂ ਪੋਸਟਾਂ ਨੇ, ETT ਪੋਸਟਾਂ ਨੇ, ਉਹਦੇ ਉੱਤੇ B.Ed ਵਾਲੇ ਜਿਹੜੇ ਆ ਉਹਨਾਂ ਤੋਂ ਜਾਣੀ ਕਿ ਵੱਡੇ ਪੜ੍ਹੇ ਲਿਖੇ, ਵੱਧ ਪੜ੍ਹੇ ਲਿਖੇ, ਉਹ ਅਪਲਾਈ ਨਹੀਂ ਕਰਨਗੇ। ਸੋ ਇਹਦੇ ਨਾਲ ਇੱਦਾਂ ਆਸ ਬਣੇਗੀ ਕਿ ਉਹ ਜਿਹੜੇ ਅਧਿਆਪਕ ਬੇਰੁਜ਼ਗਾਰ ਇੰਨੇ ਲੰਬੇ ਸਮੇਂ ਤੋਂ ਲਟਕ ਰਹੇ ਆ, ਉਹਨਾਂ ਨੂੰ ਵੀ ਜਿਹੜੀ ਨੌਕਰੀ ਆ ਉਹ ਮਿਲ ਸਕਦੀ ਆ, ਜੇ ਸਰਕਾਰ ਆਪਣੇ ਕਹਿਣੀ ਤੇ ਕਥਨੀ ਦੇ ਅੰਤਰ ਨੂੰ ਖਤਮ ਕਰੇਗੀ ਤਦ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੁਸੀਂ ਸਿਆਸਤ ਦੀ ਗੱਲ ਕੀਤੀ, ਸਿਆਸਤਦਾਨ 4.5 ਸਾਲ ਇਹ ਵਾਲੀ ਸਰਕਾਰ ਜਿਹੜੀ ਚੁੱਪ ਬੈਠੀ ਰਹੀ, ਉਹਨਾਂ ਨੂੰ ਲੱਗਦਾ ਜੇ ਸਰਕਾਰ ਬਣਨ ਦੇ ਸ਼ੁਰੂ 'ਚ ਹੀ ਕੰਮ ਕਰ ਦਿੱਤੇ ਤੇ ਚੋਣਾਂ ਵੇਲੇ ਸਾਰੇ ਕੰਮ ਭੁੱਲ ਜਾਣਗੇ। ਇਸੇ ਕਰਕੇ ਮੈਨੂੰ ਲੱਗਦਾ ਕਿ ਸਰਕਾਰ ਉਡੀਕਦੀ ਰਹਿੰਦੀ ਕਦੋਂ ਚੋਣਾਂ ਆਉਣਗੀਆਂ ਤੇ ਥੋੜ੍ਹੇ ਸਮੇਂ ਪਹਿਲਾਂ ਲੋਕਾਂ ਦੀਆਂ ਮੰਗਾਂ ਮੰਨ ਤਾਜ਼ੀਆਂ ਯਾਦ ਰਹਿ ਜਾਣਗੀਆਂ ਤੇ ਵੋਟਾਂ ਆਸਾਨੀ ਨਾਲ ਮਿਲ ਜਾਣਗੀਆਂ। ਇੱਦਾਂ ਹੀ ਲੱਗਦਾ ਤੁਹਾਨੂੰ ਵੀ? ਤੁਹਾਡੀ ਗੱਲ ਬਿਲਕੁਲ ਠੀਕ ਆ, ਪਰ ਫਿਰ ਇਸ ਤੁਹਾਡੇ ਕਹਿਣ ਦਾ ਮਤਲਬ ਜਾਂ ਸਾਡੀ ਆਮ ਸਿਆਣਪ ਦੇ ਵਿੱਚ ਗੱਲ ਇਹੀ ਆਉਂਦੀ ਆ ਕਿ 5 ਸਾਲ ਲਈ ਅਸੀਂ ਸਰਕਾਰ ਬਣਾ ਲਈ, 4 ਸਾਲ ਅਸੀਂ ਇੰਜੋਏ ਕਰੀਏ ਤੇ 5ਵੇਂ ਸਾਲ ਅਸੀਂ ਫਿਰ ਲੋਕਾਂ ਦੀਆਂ ਜਾਇਜ਼ ਨਜਾਇਜ਼ ਮੰਗਾਂ ਮੰਨ ਲਈਏ ਤੇ ਇਹੋ ਜਿਹੀ ਇੱਕ ਭੱਲ ਬਣਾ ਲਈਏ ਕਿ ਸਰਕਾਰ ਨੇ ਬਹੁਤ ਚੰਗੇ ਕੰਮ ਕਰ ਦਿੱਤੇ ਨੇ ਤੇ ਫਿਰ ਅਸੀਂ ਅਗਲੀ ਵਾਰ ਵੋਟਾਂ ਲੈਣ ਲਈ ਫਿਰ ਤਿਆਰ ਹੋ ਜਾਈਏ। ਪਰ ਇਹ ਵੀ ਗੱਲ ਦੇਖੋ ਨਾ ਕਿ ਕੀ ਇਹ ਗੱਲ ਜਮਹੂਰੀ ਤੌਰ ਤੇ, ਲੋਕਤੰਤਰਿਕ ਤੌਰ ਤੇ, ਸਮਾਜਿਕ ਤੌਰ ਤੇ ਇਹ ਗੱਲ ਜਾਇਜ਼ ਹੈ? ਜਿਹੜੇ 4 ਸਾਲ ਲੰਘਾਏ ਨੇ, ਉਹਨਾਂ 4 ਸਾਲਾਂ ਦੇ ਵਿੱਚ ਕਿੰਨੇ ਲੋਕ ਨੇ ਜਿਨ੍ਹਾਂ ਦੀ ਏਜ ਲਿਮਿਟ ਹੀ ਨਿਕਲ ਜਾਵੇਗੀ ਤੇ ਉਹ ਨੌਕਰੀ ਤੋਂ ਨਹੀਂ ਰਹਿਣਗੇ? ਕਿੰਨੇ ਲੋਕ ਨੇ ਜਿਹੜੇ ਇਸ ਕੋਵਿਡ ਦੇ ਦੌਰਾਨ ਆਪਣੀਆਂ ਨੌਕਰੀਆਂ ਗਵਾ ਕੇ ਬੈਠੇ ਨੇ, ਉਹਨਾਂ ਦੇ ਹਾਲਾਤਾਂ ਦਾ ਕੀ ਬਣੇਗਾ? ਜਦੋਂ ਗੱਲ ਅਸੀਂ ਕਰਦੇ ਹਾਂ ਖਜ਼ਾਨਾ ਖਾਲੀ ਦੀ, ਫਿਰ ਜੇ ਖਜ਼ਾਨਾ ਖਾਲੀ ਹੋਵੇ ਫਿਰ ਇਹ ਬਿਜਲੀ ਦੇ ਸਮਝੌਤਿਆਂ ਦੇ ਉੱਤੇ ਗੱਲ ਕਿਉਂ ਨਹੀਂ ਕਰਦੇ? ਜਿਨ੍ਹਾਂ ਨੂੰ ਜਦੋਂ ਬਿਜਲੀ ਨਹੀਂ ਖਰੀਦਦੇ ਉਦੋਂ ਵੀ ਪੈਸੇ ਦੇ ਰਹੇ ਨੇ, ਆਪਣੀਆਂ ਪੈਨਸ਼ਨਸ ਦੇ ਉੱਤੇ ਗੌਰ ਨਹੀਂ ਕਰਦੇ, ਤੇ ਫਿਰ ਜਦੋਂ ਆਪਣੇ ਭੱਤੇ ਵਧਾਉਂਦੇ ਨੇ ਉਦੋਂ ਗੱਲ ਨਹੀਂ ਕਰਦੇ। ਜਿੰਨੀਆਂ ਚੀਜ਼ਾਂ ਹੋਰ ਗੈਰ ਸੰਗਠਿਤ ਖਰਚੇ ਹੁੰਦੇ ਨੇ, ਜਦੋਂ MLAs ਦੇ ਬੇਟਿਆਂ ਨੂੰ ਨੌਕਰੀ ਦੇਣੀ ਆ ਉਸ ਗੱਲ ਤੇ ਗੌਰ ਕਿਉਂ ਨਹੀਂ ਕਰਦੇ? ਤੁਹਾਡੀ ਗੱਲ ਠੀਕ ਆ, ਪਰ ਇਹ ਗੱਲ ਕਹਿਣ ਲਈ ਠੀਕ ਆ, ਪ੍ਰੈਕਟੀਕਲ ਤੌਰ ਤੇ ਜਿਹੜੀ ਗੱਲ ਆ ਉਹ ਨਿਰੀ ਪੂਰੀ ਗਲਤ ਆ। ਮੈਂ ਇਹਦੇ 'ਚ ਇੱਕ ਹੋਰ ਗੱਲ ਦੂਸਰੇ ਇਹਦੇ ਪਾਸੇ ਦੀ ਗੱਲ ਕਰਨਾ ਚਾਹੁੰਦਾ ਸੀ ਕਿ ਅਸੀਂ ਅਕਸਰ ਕਹਿੰਦੇ ਆ ਕਿ ਪੜ੍ਹੇ ਲਿਖੇ ਜਿਹੜੇ ਬੇਰੁਜ਼ਗਾਰ ਨੇ, ਇੱਕ ਇੰਡੀਅਨ ਸਕਿੱਲ ਰਿਪੋਰਟ ਜਾਰੀ ਹੋਈ ਹੈ ਜੀ 2021 ਦੀ, ਉਹਦੇ 'ਚ ਇਹ ਕਿਹਾ ਗਿਆ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਦੇ ਹਾਲਾਤ ਇਹੋ ਜਿਹੇ ਨੇ, ਉਹਨਾਂ ਦੀ ਸਿੱਖਿਆ ਪ੍ਰਣਾਲੀ ਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਡਿਗਰੀਆਂ ਲਈਆਂ ਨੇ ਇੰਨੀਆਂ ਗੈਰ ਜ਼ਰੂਰੀ ਨੇ ਕਿ 50% ਤੋਂ ਵੱਧ ਗ੍ਰੈਜੂਏਟ ਜਿਹੜੇ ਨੇ ਉਹ ਨੌਕਰੀ ਕਰਨ ਦੀ ਸਮਰੱਥਾ 'ਚ ਨਹੀਂ ਨੇ। ਕਹਿਣ ਨੂੰ ਤਾਂ ਉਹ ਗ੍ਰੈਜੂਏਟ ਹੋ ਗਏ ਨੇ, ਪੜ੍ਹਾਈ ਉਹਨਾਂ ਨੇ ਪੂਰੀ ਕਰ ਲਈ ਆ, ਪਰ ਜਦੋਂ ਉਹਨਾਂ ਦਾ ਕੋਈ ਇੰਟਰਵਿਊ ਜਾਂ ਕੋਈ ਟੈਸਟ ਲਿਆ ਜਾਂਦਾ, ਜਦੋਂ ਉਹਨਾਂ ਦੀ ਸਕਿੱਲ ਜਿਹੜੀ ਆ ਉਹ ਚੈੱਕ ਕੀਤੀ ਜਾਂਦੀ ਹੈ ਤੇ 50% ਤੋਂ ਵੱਧ ਜਿਹੜੇ ਨੇ ਗ੍ਰੈਜੂਏਟ ਉਹ
ਅਨਸਕਿਲਡ ਪਾਏ ਜਾਂਦੇ ਨੇ, ਜਿਹੜੀ ਵੀ ਉਹਨਾਂ ਨੇ ਪੜ੍ਹਾਈ ਕੀਤੀ ਆ। ਇਹੋ ਜਿਹੀ ਹੀ ਇੱਕ ਵਾਰ ਇੱਕ ਜਾਂਚ ਤਮਿਲਨਾਡੂ ਸਰਕਾਰ ਨੇ ਕੀਤੀ ਸੀ ਆਪਣੇ ਇੰਜੀਨੀਅਰਿੰਗ ਦੇ ਟੀਚਰਸ ਦੀ। ਉਹ ਲੋਕ ਜਿਹੜੇ ਇੰਜੀਨੀਅਰਿੰਗ ਕਾਲਜਿਸ 'ਚ ਪੜ੍ਹਾ ਰਹੇ ਸਨ, ਜਦੋਂ ਉਹਨਾਂ ਦੇ ਟੈਸਟ ਲਏ ਗਏ ਤਾਂ ਜਿਹੜਾ ਉਹ ਸਬਜੈਕਟ ਪੜ੍ਹਾ ਰਹੇ ਸੀ ਉਹ 'ਚੋਂ ਹੀ ਉਹ ਫੇਲ ਸਾਬਿਤ ਹੋਏ। ਇਹੋ ਜਿਹੀ ਹੀ ਗੱਲ ਪਿਛਲੀ ਸਰਕਾਰ ਦੇ ਵਿੱਚ ਦਲਜੀਤ ਸਿੰਘ ਚੀਮਾ ਜਦੋਂ ਸਿੱਖਿਆ ਮੰਤਰੀ ਸੀ ਉਹਨਾਂ ਨੇ ਵੀ ਕੀਤੀ ਸੀ ਕਿ ਅੰਗਰੇਜ਼ੀ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਜਿਹੜੀ ਅੰਗਰੇਜ਼ੀ ਆ ਆਪਣੀ ਉਨੀ ਠੀਕ ਨਹੀਂ। ਮੈਂ ਇਕੱਲੇ ਅਧਿਆਪਕ ਵਰਗ ਦੀ ਗੱਲ ਨਹੀਂ ਕਰਦਾ, ਆਮ ਤੌਰ ਤੇ ਨਾਰਮਲ ਤੌਰ ਤੇ ਅਸੀਂ ਇਹ ਗੱਲ ਸੁਣਦੇ ਹਾਂ ਜਾਂ ਸਮਝਦੇ ਹਾਂ, ਦੇਖਦੇ ਹਾਂ, ਵਾਚਦੇ ਹਾਂ ਕਿ ਜਿਹੜੇ ਵੀ ਲੋਕ ਪੜ੍ਹੇ ਲਿਖੇ ਨੇ ਉਹ ਕਹਿਣ ਨੂੰ ਤੇ ਪੜ੍ਹੇ ਲਿਖੇ ਨੇ, ਪਰ ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਆ ਜਦੋਂ ਉਹ ਟੈਸਟ ਦੇ ਪੱਧਰ ਤੇ ਆਉਂਦੀ ਆ ਤੇ ਉਹ ਫੇਲ ਹੁੰਦੇ ਨੇ। ਇਸੇ ਤਰੀਕੇ ਨਾਲ ਜਦੋਂ ਅਸੀਂ ਕੋਵਿਡ ਦੇ ਦੌਰਾਨ ਬੇਰੁਜ਼ਗਾਰੀ ਦੇ ਅੰਕੜੇ ਦੇਖਦੇ ਹਾਂ ਤੇ ਸਰਕਾਰ ਦੀ ਉਹ ਸਕਿੱਲ ਦੀ ਰਿਪੋਰਟ ਦੇਖਦੇ ਹਾਂ, ਉਹਦੇ ਵਿੱਚ ਫਿਰ ਬੜਾ ਅੰਤਰ ਨਜ਼ਰ ਆਉਂਦਾ। ਜਿਹੜੀ ਬੇਰੁਜ਼ਗਾਰੀ ਆ ਉਹ 10-12% ਨੂੰ ਪਹੁੰਚੀ ਹੋਈ ਆ, ਜਦੋਂ ਅਸੀਂ ਇਕਨੋਮਿਕ ਸਰਵੇ ਓਪਨਲੀ ਦੇਖਦੇ ਹਾਂ ਤਾਂ ਉਹ 20% ਨੂੰ ਪਹੁੰਚਿਆ ਹੋਇਆ। ਪਰ ਜਦੋਂ ਬੇਰੁਜ਼ਗਾਰਾਂ ਦੀ ਇਸ ਮਦ ਦੀ ਗੱਲ ਆਉਂਦੀ ਆ ਸਾਹਮਣੇ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਸਾਹਮਣੇ ਲੈ ਕੇ ਆਉਂਦੀਆਂ ਕਿ ਸਰਕਾਰਾਂ ਇਹਦੇ 'ਚ ਦੋਸ਼ੀ ਜ਼ਰੂਰ ਨੇ, ਸਾਡੀ ਸਿੱਖਿਆ ਪ੍ਰਣਾਲੀ ਵੀ ਦੋਸ਼ੀ ਆ, ਪਰ ਕਿਤੇ ਨਾ ਕਿਤੇ ਅਸੀਂ ਆਮ ਲੋਕ ਵੀ ਇਸ ਗੱਲ ਲਈ ਦੋਸ਼ੀ ਆ ਕਿ ਅਸੀਂ ਸਕਿੱਲ ਵਰਗੀ ਮਿਨਿਸਟਰੀ ਤੇ ਬਣਾ ਲਈ, ਉਹਨੂੰ ਟਾਰਗੇਟ ਵੀ ਦੇਤੇ, ਸਕਿੱਲ ਸੈਂਟਰ ਵੀ ਬਣਾਤੇ, ਸਕਿੱਲ ਪਾਰਟਨਰ ਵੀ ਬਣਾਤੇ, ਪਰ ਅਲਟੀਮੇਟਲੀ ਉਹ ਜਿਹੜਾ ਸਾਰੀਆਂ ਚੀਜ਼ਾਂ ਨੇ ਉਹ ਕਾਗਜ਼ਾਂ ਦੇ ਵਿੱਚ ਹੀ ਨੇ। ਅਸਲੀਅਤ ਦੇ ਵਿੱਚ ਉਹਦੇ ਜਿਹੜੇ ਸਿਸਟਮ ਨੇ ਉਹ ਅੰਕੜੇ, ਅਸਲੀਅਤ ਦੇ ਅੰਕੜੇ ਤੇ ਸਰਕਾਰੀ ਅੰਕੜਿਆਂ ਦੇ ਵਿੱਚ ਫਿਰ ਵੱਡਾ ਜਿਹੜਾ ਆ ਫੇਰ ਬਦਲ ਦੇਖਣ ਨੂੰ ਮਿਲਦਾ। ਅੰਮ੍ਰਿਤਪਾਲ ਸ਼ਰਮਾ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਪਰ ਇਸ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, ਹੁਣ ਪੰਜਾਬ ਦੀ ਸਿਆਸਤ ਦੀ ਗੱਲ ਸਰਕਾਰ ਦੀ ਕਰ ਲਈਏ ਤੇ ਹੁਣ ਆਪ ਵੱਲੋਂ ਵੀ ਤਿਆਰੀ ਵਿੱਢੀ ਗਈ ਹੈ, ਚੋਣਾਂ ਤੋਂ ਪਹਿਲਾਂ ਸਾਰੀ ਪਲਾਨਿੰਗ ਕੀਤੀ ਗਈ ਹੈ ਤੇ ਕੱਲ ਕੇਜਰੀਵਾਲ ਦੇ ਘਰ ਪੰਜਾਬ ਦੇ ਵਿਧਾਇਕਾਂ ਦੀ ਬੈਠਕ ਹੋਈ ਹੈ। ਉਸ ਬੈਠਕ 'ਚ ਕੀ ਕੁਝ ਵਿਚਾਰਿਆ ਗਿਆ? ਦੇਖੋ ਜੀ, ਬਿਲਕੁਲ ਤੁਸੀਂ ਸਹੀ ਦੱਸਿਆ ਕਿ ਚੋਣਾਂ ਦੀ ਤਿਆਰੀ ਨੂੰ ਲੈ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਪੱਬਾਂ ਭਾਰ ਨੇ ਤੇ ਤਿਆਰ ਵੀ ਨੇ। ਕੇਜਰੀਵਾਲ ਨੇ ਪੰਜਾਬ ਦੇ ਸਾਰੇ MLAs ਜਿੰਨੇ ਵੀ ਉਹਨਾਂ ਦੀ ਪਾਰਟੀ ਦੇ ਨੇ ਉਹਨਾਂ ਨੂੰ ਦਿੱਲੀ ਸੱਦਿਆ ਸੀ ਤੇ ਇਹ ਹੈਰਾਨੀ ਦੀ ਗੱਲ ਆ ਕਿ ਪੰਜਾਬ ਦੀਆਂ ਗੱਲਾਂ ਨੇ, ਖੁਦ ਮੁਖਤਿਆਰੀ ਦੀਆਂ ਗੱਲਾਂ ਵੀ ਅਸੀਂ ਸੁਣਦੇ ਹਾਂ, ਸਾਰੀਆਂ ਹੀ ਪਾਰਟੀਆਂ ਗੱਲਾਂ ਕਰਦੀਆਂ ਨੇ, ਪਰ ਜਦੋਂ ਫੈਸਲਾ ਹੋਣਾ ਹੁੰਦਾ ਫਿਰ ਸਾਰੇ ਹੀ ਦਿੱਲੀ ਨੂੰ ਭੱਜਦੇ ਨੇ। ਬੀਤੇ ਦਿਨੀ ਪੰਜਾਬ ਸਰਕਾਰ ਜਿਹੜੀ ਆ ਸਾਡੀ ਮੌਜੂਦਾ ਪੰਜਾਬ ਕਾਂਗਰਸ ਆ ਉਹ ਸਾਰੀ ਦਿੱਲੀ ਦੇ ਕਈ ਗੇੜੇ ਲਾਏ ਇਹਨਾਂ ਨੇ। ਸ਼ੁਕਰ ਕਰੋ ਕਿ ਟੋਲ ਪਲਾਜ਼ੇ ਬੰਦ ਨੇ, ਨਹੀਂ ਤਾਂ ਬੜਾ ਟੋਲ ਲੱਗਣਾ ਸੀ, ਪਰ ਨਹੀਂ, ਇਹਨਾਂ ਦਾ ਲੱਗਦਾ ਨਹੀਂ, ਉਹਨਾਂ ਨੂੰ ਕਿਹੜਾ ਫਰਕ ਪੈਣਾ। ਬਿਲਕੁਲ। ਤੇ ਕਰਨਾਟਕਾ ਦੇ ਵਿੱਚ BS ਯੇਦੂਰੱਪਾ ਨੂੰ ਅਸਤੀਫਾ ਦੇ ਕੇ ਨਵੀਂ ਸਰਕਾਰ ਬਣਾਈ ਗਈ ਤੇ ਉਹ ਜਿਹੜੇ ਨਵੇਂ ਬਣਾਏ ਨੇ ਉੱਥੇ ਬੋਮਈ, ਬੜੇ ਪੁਰਾਣੇ SR ਬੋਮਈ ਇੱਕ ਭਾਰਤ ਦੇ ਵਿੱਚ ਲੀਡਰ ਹੁੰਦੇ ਸੀ, ਉਹਨਾਂ ਦਾ ਪੁੱਤਰ ਹੁਣ ਬੋਮਈ ਸਾਹਿਬ ਨੇ, ਉਹ ਵੀ ਉਹਨਾਂ ਨੂੰ ਸਹੁੰ ਚੁਕਾਤੀ ਗਈ ਤੇ ਉਹ ਵੀ ਅੱਜ ਕੱਲ੍ਹ ਦਿੱਲੀ ਭੱਜੇ ਆਏ ਨੇ ਕਿਉਂਕਿ ਕੈਬਨਿਟ ਦਾ ਗਠਨ ਕਰਨਾ ਹੈ ਤੇ ਬਾਕੀ ਸਾਰੀ ਜਿਹੜੀ ਆ ਮਨਜ਼ੂਰੀਆਂ ਨੇ ਉਹ ਹਾਈ ਕਮਾਂਡ ਤੋਂ ਲੈਣੀਆਂ ਨੇ। ਉਹ ਵੱਖਰੀ ਗੱਲ ਆ ਕਿ ਉਹਨਾਂ ਨੇ BJP ਹਾਈ ਕਮਾਂਡ ਤੋਂ ਲੈਣੀਆਂ ਨੇ, ਕਾਂਗਰਸ ਵਾਲਿਆਂ ਨੇ ਸੋਨੀਆ ਗਾਂਧੀ ਤੋਂ ਲੈਣੀਆਂ ਸੀ ਤੇ ਪੰਜਾਬ ਦੇ ਆਪ ਵਿਧਾਇਕਾਂ ਨੇ ਜਿਹੜੀ ਗੱਲਬਾਤ ਆ ਉਹ ਕੇਜਰੀਵਾਲ ਨਾਲ ਕਰਨੀ ਸੀ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਉੱਥੇ ਤਾਂ ਇੱਕ ਬੰਦਾ ਜਿਹਨਾਂ ਤੁਸੀਂ ਗੱਲ ਕਰਨੀ ਆ, ਇੱਥੋਂ ਤੁਸੀਂ 20-22 ਜਣੇ ਜਾ ਰਹੇ ਆ ਤੇ ਚਾਹੀਦਾ ਉਸ ਬੰਦੇ ਨੂੰ ਆ ਕਿ ਜੇ ਉਹ ਪੰਜਾਬ ਦੀ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਆ, ਪੰਜਾਬ ਦੇ MLAs ਨਾਲ ਕਰਨੀ ਆ, ਉਹ ਇਕੱਲਾ ਆ ਤੇ ਇਹ ਜਿਹੜੇ ਨੇ 20-22 ਨੇ ਤੇ ਉਹਨਾਂ ਨੂੰ ਇੱਥੇ ਆ ਕੇ ਗੱਲ ਕਰਨੀ ਚਾਹੀਦੀ ਹੈ। ਪਰ ਗੱਲ ਇਹੀ ਆ ਕਿ ਵੱਡੇ ਕੋਲ ਛੋਟਿਆਂ ਨੂੰ ਜਾਣਾ ਪੈਣਾ ਤੇ ਉਹ ਸਿੱਧੂ ਸਾਹਿਬ ਵੀ ਅਕਸਰ ਕਹਿੰਦੇ ਸੀ ਕਿ ਪਿਆਸੇ ਤੇ ਖੂਹ ਵਾਲੀ ਕੋਈ ਕਹਾਣੀ ਸੁਣਾਉਂਦੇ ਸੀ, ਉਹ ਬਾਅਦ ਚ ਪਤਾ ਨਹੀਂ ਲੱਗਾ ਕਿ ਪਿਆਸਾ ਕੌਣ ਸੀ ਤੇ ਖੂਹ ਕੌਣ ਆ। ਹੁਣ ਅਸੀਂ ਗੱਲ ਕਰੀਏ ਤੁਹਾਡੀ ਇਸ ਮੀਟਿੰਗ ਦੀ ਤੇ ਕੇਜਰੀਵਾਲ ਸਾਹਿਬ ਨੇ ਜਿਹੜੀ ਮੀਟਿੰਗ ਕੀਤੀ ਕੱਲ, ਭਗਵੰਤ ਮਾਨ ਵੀ ਉਹਦੀ ਸੀ, ਚੀਮਾ ਸਾਹਿਬ ਵੀ ਸੀ ਤੇ ਜਿਹੜੇ ਪੰਜਾਬ ਦੇ ਹੋਰ MLAs ਨੇ ਉਹ ਵੀ ਉਹ 'ਚ ਸ਼ਾਮਲ ਸੀ। ਪਰ ਹੁਣ ਇਹ ਨਹੀਂ ਪਤਾ ਲੱਗਿਆ ਕਿ ਜਿਹੜੇ ਉਹਨਾਂ ਦੇ ਬਾਕੀ MLAs ਬਣੇ ਸੀ ਉਹ ਨਹੀਂ ਆਏ, ਉਹ ਵੀ ਸ਼ਾਮਲ ਹੋਏ ਕਿ ਨਹੀਂ ਹੋਏ। ਕਿਸੇ ਰੁੱਸੇ ਨੂੰ ਉਹਨਾਂ ਨੇ ਮਨਾਉਣ ਦੀ ਗੱਲ ਕੀਤੀ ਆ, ਇਹੋ ਜਿਹਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ। ਜੇ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਗੱਲ ਕਰੀਏ ਤੇ ਲੋਕਾਂ ਦੇ ਮਨਾਂ ਦੇ ਉੱਤੇ ਬੜਾ ਰੌਲਾ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ। ਜਦੋਂ ਅਸੀਂ ਆਮ ਲੋਕਾਂ ਨਾਲ ਗੱਲ ਕਰਦੇ ਹਾਂ, ਵਿਚਰਦੇ ਹਾਂ ਤੇ ਲੋਕਾਂ ਦੇ ਵਿੱਚ ਬੜਾ ਇਸ ਗੱਲ ਦਾ ਧਿਆਨ ਆ ਕਿ ਜੇ ਇਸ ਪਾਰਟੀ ਦੀ ਸਰਕਾਰ ਬਣ ਜਾਏ ਤਾਂ ਬਹੁਤ ਚੰਗੀ ਗੱਲ ਆ। ਲੋਕ ਵੋਟਾਂ ਪਾਉਣ ਲਈ ਵੀ ਤਿਆਰ ਨੇ, ਇਹ ਗੱਲ ਅਸੀਂ ਪਿਛਲੇ ਇਲੈਕਸ਼ਨਸ ਦੇ ਵਿੱਚ ਦੇਖੀ ਵੀ ਆ। ਪਰ ਜਦੋਂ ਪਾਰਟੀ ਦੇ ਸ਼ਕਲ ਨੂੰ ਦੇਖਦੇ ਹਾਂ, ਇਹ ਤਾਂ ਲੋਕਾਂ ਦੀ ਗੱਲ ਸੀ, ਜਦੋਂ ਅਸੀਂ ਪਾਰਟੀ ਦੇ ਮੁਖੌਟੇ, ਪਾਰਟੀ ਦੇ ਚਿਹਰੇ, ਪਾਰਟੀ ਦੀਆਂ ਸ਼ਕਲਾਂ ਵੱਲ ਨੂੰ ਦੇਖਦੇ ਹਾਂ ਤੇ ਉੱਥੇ ਫਿਰ ਕੋਈ ਇੱਕ ਫਰੇਮ ਦੇ ਵਿੱਚ ਨਾ ਬੰਦਾ ਫਿੱਟ ਨਹੀਂ ਆਉਂਦਾ।
ਇੱਕ ਫਰੇਮ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦੇ ਹਾਂ, ਦੂਸਰੇ ਫਰੇਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਦੀ ਗੱਲ ਕਰਦੇ ਹਾਂ, ਤੀਸਰੇ ਫਰੇਮ ਦੇ ਵਿੱਚ ਜਦੋਂ ਤੁਸੀਂ ਭਗਵੰਤ ਮਾਨ ਨੂੰ ਜਾਂ ਚੀਮੇ ਨੂੰ ਦੇਖਦੇ ਆ ਨਾ, ਜਿਹੜੇ ਉਹਨਾਂ ਦੇ ਵਿਰੋਧੀ ਧਿਰ ਦੇ ਲੀਡਰ ਨੇ ਹਰਪਾਲ ਚੀਮਾ ਜੀ, ਜਾਂ ਖਹਿਰਾ ਸਾਹਿਬ ਨੂੰ ਵੀ ਫਿੱਟ ਕਰਦੇ ਸੀ, ਉਹ ਗੱਲ ਬਣੀ ਨਹੀਂ। ਫਿਰ ਪ੍ਰਗਟ ਜੀ ਨਾਲ ਗੱਲ ਹੋਈ, ਉਹ ਵੀ ਗੱਲ ਨਹੀਂ ਬਣੀ। ਕੰਵਰ ਸੰਧੂ ਦੀਆਂ ਗੱਲਾਂ ਸੀ, ਫੂਲਕਾ ਸੀ, ਬਹੁਤ ਸਾਰੀਆਂ ਚਿਹਰੇ ਸੀ ਇਹਨਾਂ ਦੇ ਵਿੱਚ ਜਿਹੜੇ ਹੁਣ ਹੈ ਨਹੀਂ ਵਿੱਚ। ਪਰ ਉਹ ਜਿਹੜਾ ਫਰੇਮ ਹੈ ਨਾ, ਉਹ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ, ਉੱਥੇ ਚਿਹਰੇ ਦੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਉਂਦੀ। ਤੇ ਕੁਝ ਅਜਿਹਾ ਹੀ ਕੇਜਰੀਵਾਲ ਸਾਹਿਬ ਦੀਆਂ ਨਜ਼ਰਾਂ ਨਾਲ ਵੀ ਹੋ ਰਿਹਾ, ਭਾਵੇਂ ਉਹ ਐਨਕਾਂ ਲਾ ਕੇ ਦੇਖਦੇ ਨੇ, ਉਸ ਫਰੇਮ ਦੇ ਵਿੱਚ ਉਹਨਾਂ ਨੂੰ ਵੀ ਚਿਹਰਾ ਜਿਹੜਾ ਆ ਉਹ ਲੱਭ ਨਹੀਂ ਰਿਹਾ। ਜਦੋਂ ਭਗਵੰਤ ਮਾਨ ਨੂੰ ਉਸ ਫਰੇਮ 'ਚ ਲਾ ਕੇ ਦੇਖਦੇ ਨੇ, ਹਾਲਾਂਕਿ 7-8 ਸਾਲ ਤੋਂ ਭਗਵੰਤ ਮਾਨ ਇਸ ਪਾਰਟੀ ਨਾਲ ਜੁੜੇ ਹੋਏ ਨੇ, ਚੰਗੀ ਚੋਖੀ ਉਹਨਾਂ ਨੇ ਮਿਹਨਤ ਵੀ ਕੀਤੀ ਆ, ਆਪਣੇ ਆਪ ਨੂੰ ਬਦਲਣ ਦੀ ਵੀ ਗੱਲ ਕੀਤੀ ਆ, ਹਲਕੇ ਦੇ ਵਿੱਚ ਉਹਨਾਂ ਨੇ ਦੂਜੀ ਵਾਰ MP ਦੀ ਇਲੈਕਸ਼ਨ ਜਿੱਤੀ ਆ, ਤੇ ਉਹਨਾਂ ਦਾ ਕੋਈ ਤੋੜ ਨਜ਼ਰ ਨਹੀਂ ਸੀ ਆ ਰਿਹਾ ਜਦੋਂ MP ਦੀਆਂ ਇਲੈਕਸ਼ਨਸ ਵੀ ਸੀ। ਤੇ ਜਿੰਨੇ ਉਹਨਾਂ ਨੇ ਪਾਰਲੀਮੈਂਟ ਸੈਸ਼ਨ ਦੇਖੇ ਨੇ ਪਹਿਲੀ ਵਾਰ ਤੋਂ, ਜਦੋਂ ਤੋਂ 14 ਤੋਂ ਮੁੱਖ MP ਬਣੇ ਨੇ, 14 ਤੋਂ 19, 19 ਤੋਂ ਹੁਣ 21 ਆ ਗਿਆ, 7 ਸਾਲ ਉਹਨਾਂ ਦੇ ਮੈਂਬਰ ਪਾਰਲੀਮੈਂਟਸ਼ਿਪ ਦੇ ਹੋ ਗਏ ਨੇ। ਜਿੰਨੇ ਮੁੱਦੇ ਉਹਨਾਂ ਨੇ ਜਿੰਨੀ ਤਿਆਰੀ ਨਾਲ ਪਾਰਲੀਮੈਂਟ 'ਚ ਰੱਖੇ ਨੇ, ਉਹਨਾਂ ਦਾ ਕੋਈ ਉਹਨਾਂ ਦੇ ਉੱਤੇ ਉਂਗਲੀ ਨਹੀਂ ਰੱਖੀ ਗਈ। ਬਹੁਤ ਬੇਬਾਕੀ ਨਾਲ, ਬਹੁਤ ਤਿਆਰੀ ਨਾਲ, ਭਾਵੇਂ ਉਹ ਕਮੇਡੀ ਵੀ ਕਰਦੇ ਸੀ ਉੱਥੇ ਵਿੱਚ ਜਾ ਕੇ, ਉਹਨਾਂ ਨੇ ਕੁਝ ਅਕਾਲੀ ਦਲ ਦੇ ਲੋਕਾਂ ਨਾਲ ਵੀ, ਕਿਉਂਕਿ ਪੰਜਾਬ ਦਾ ਮੁੱਦਾ ਸੀ ਤੇ ਉੱਥੇ ਉਹਨਾਂ ਨੇ ਉਹ ਗੱਲ ਕੀਤੀ। BJP ਨੂੰ ਵੀ ਕਿਤੇ ਰਗੜਿਆ ਹੋਊਗਾ, ਕਾਂਗਰਸ ਨੂੰ ਵੀ ਕਿਤੇ ਉਹਨਾਂ ਨੇ ਕੋਈ ਆਪਣਾ ਤਾਨਾ ਮਿਹਣਾ ਦਿੱਤਾ ਹੋਊਗਾ, ਉਹਨਾਂ ਦੀਆਂ ਕਮੀਆਂ ਗਣਾਈਆਂ ਹੋਣਗੀਆਂ। ਬਹੁਤ ਸੋਹਣੇ ਤਰੀਕੇ ਨਾਲ ਹਮੇਸ਼ਾ ਉਹ ਆਪਣੀ ਜਿਹੜੀ ਆ ਪੇਸ਼ਕਾਰੀ ਉੱਥੇ ਉਹਨਾਂ ਨੇ ਪਾਰਲੀਮੈਂਟ 'ਚ ਕੀਤੀ। ਪਰ ਗੱਲ ਫਿਰ ਉਹੀ ਆ ਕਿ 7 ਸਾਲ ਪਾਰਲੀਮੈਂਟੇਰੀਅਨ, ਚੰਗਾ ਕਿਰਦਾਰ, ਕੋਈ ਕਰਪਸ਼ਨ ਨਹੀਂ, ਕੋਈ ਹੋਰ ਰੌਲਾ ਨਹੀਂ, ਫਿਰ ਵੀ ਕੇਜਰੀਵਾਲ ਸਾਹਿਬ ਨੂੰ ਉਹ ਚਿਹਰਾ ਫਿੱਟ ਕਿਉਂ ਨਹੀਂ ਆ ਰਿਹਾ? ਇਹਦੇ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ। ਲੋਕ ਵੀ ਇਹੀ ਤਰ੍ਹਾਂ ਸੋਚਦੇ ਆ ਕਿ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਤਾਂ ਠੀਕ ਆ, ਮੁੱਖ ਮੰਤਰੀ ਨਹੀਂ। ਇਹ ਨਜ਼ਰਾਂ ਉਹਨਾਂ ਦੀਆਂ 'ਚ ਕੀ ਆ, ਅਸੀਂ ਉਹਨੂੰ ਨਹੀਂ ਜਾਣ ਸਕਦੇ। ਪਰ ਜਿਹੜੀ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ, ਪਹਿਲਾਂ ਤਾਂ ਇਹ ਲੱਗਦਾ ਸੀਗਾ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਆਪ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਫਿਰਾਕ 'ਚ, ਪਰ ਫਿਰ ਜਦੋਂ ਅੰਮ੍ਰਿਤਸਰ ਆਉਂਦੇ ਆ, ਕੁੰਵਰ ਵਿਜੇ ਪ੍ਰਤਾਪ ਨੂੰ ਜੁਆਇਨ ਕਰਾਉਂਦੇ ਆ, ਤਾਂ ਫਿਰ ਉਹ ਕਹਿ ਦਿੰਦੇ ਆ ਕਿ ਇੱਥੇ ਸਿੱਖ ਚਿਹਰਾ ਹੋਊਗਾ। ਫਿਰ ਲੱਗਦਾ ਕਿ ਭਾਵੇਂ ਪੱਗ ਵੀ ਬੰਨ੍ਹ ਲੈਣ ਪਰ ਉਹ ਸਿੱਖ ਚਿਹਰਾ ਨਹੀਂ ਲੱਗਣਗੇ। ਫਿਰ ਸਿੱਖ ਚਿਹਰਿਆਂ ਦੇ ਵਿੱਚ ਮੌਜੂਦਾ ਤੌਰ ਤੇ ਤਾਂ ਦੋ ਹੀ ਨਜ਼ਰ ਆਉਂਦੇ ਨੇ, ਚਾਹੇ ਉਹ ਭਗਵੰਤ ਮਾਨ ਨੇ ਤੇ ਚਾਹੇ ਉਹ ਚੀਮਾ ਸਾਹਿਬ ਨੇ। ਕੱਲ੍ਹ ਦੀ ਜਿਹੜੀ ਮੀਟਿੰਗ ਸੀ ਉੱਥੇ ਵੀ ਇਹ ਵਿਚਾਰ ਵਟਾਂਦਰੇ ਹੋਏ, ਪਰ ਮੀਟਿੰਗ ਤੋਂ ਬਾਅਦ ਜਦੋਂ ਭਗਵੰਤ ਮਾਨ ਨਾਲ ਪੱਤਰਕਾਰਾਂ ਨੇ ਗੱਲ ਕੀਤੀ ਤੇ ਉਹਨਾਂ ਨੂੰ ਪੁੱਛਿਆ ਕਿ ਕੀ ਉਸ ਚਿਹਰੇ ਦੇ ਐਲਾਨ ਤੇ ਗੱਲ ਹੋਈ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਇਹੋ ਜਿਹੀ ਕੋਈ ਗੱਲ ਹਾਲੇ ਹੋਈ ਨਹੀਂ, ਹੋ ਜਾਏਗੀ। ਪਰ ਉਹਨਾਂ ਦੀ ਗੱਲਬਾਤ ਤੋਂ ਲੱਗਦਾ ਸੀਗਾ ਕਿ ਉਹਨਾਂ ਨੂੰ ਹਾਲੇ ਕੋਈ ਬਹੁਤ ਸੰਤੁਸ਼ਟੀਜਨਕ ਜਵਾਬ ਹਾਈ ਕਮਾਂਡ ਤੋਂ ਮਿਲ ਨਹੀਂ ਰਿਹਾ। ਨਾਲ ਦੀ ਨਾਲ ਕੇਜਰੀਵਾਲ ਸਾਹਿਬ ਨੇ ਉੱਥੇ ਜਿਹੜੀਆਂ ਗੱਲਾਂ ਉਸ ਮੀਟਿੰਗ ਦੇ ਵਿੱਚ ਕੀਤੀਆਂ, ਜੋ ਅਖਬਾਰਾਂ 'ਚ ਸਾਹਮਣੇ ਆਇਆ, ਉਹਦੇ 'ਚ ਵੱਡੀ ਗੱਲ ਇਹ ਕੀਤੀ ਗਈ ਆ, ਸਾਰੇ ਹੀ MLAs ਨੂੰ ਇਹ ਕਿਹਾ ਗਿਆ ਕਿ ਤੁਸੀਂ ਨੈਗੇਟਿਵ ਪ੍ਰਚਾਰ ਨਹੀਂ ਕਰਨਾ, ਆਪਣੀ ਜਿਹੜੀ ਲਕੀਰ ਆ ਉਹਨੂੰ ਵੱਡੀ ਕਰਕੇ ਦਿਖਾਉਣ ਦਾ ਯਤਨ ਕਰੋ ਕਿ ਤੁਸੀਂ ਜੋ ਕਰਨਾ ਹੈ, ਜੋ ਤੁਸੀਂ ਦਿੱਲੀ 'ਚ ਕਰ ਰਹੀ ਆ ਤੁਹਾਡੀ ਸਰਕਾਰ ਇਸੇ ਪਾਰਟੀ ਦੀ, ਉਸ ਲਾਈਨ ਨੂੰ ਵੱਡੀ ਕਰੋ ਤੇ ਲੋਕਾਂ ਦੇ ਵਿੱਚ ਘਰ ਘਰ ਤੱਕ ਆਪਣੀ ਗੱਲ ਪਹੁੰਚਾਓ ਕਿ ਅਸੀਂ ਆਹ ਚੀਜ਼ਾਂ ਜਿਹੜੀਆਂ ਉਹ ਕਰਾਂਗੇ, ਆਹ ਸਾਡੀਆਂ ਪਾਲਿਸੀਆਂ ਨੇ ਤੇ ਆਹ ਚੀਜ਼ਾਂ ਨੇ। ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕੀਤੀ ਕਿ ਕਿਸਾਨ ਅੰਦੋਲਨ ਦਾ ਜਿਹੜਾ ਸਾਥ ਆ ਉਹ ਬਹੁਤ ਡਟ ਕੇ ਦੇਣਾ ਆ। ਸਾਰੇ ਪਾਰਟੀ ਵਰਕਰਾਂ ਨੇ, ਲੀਡਰਾਂ ਨੇ, MLAs ਨੇ, MPs ਨੇ ਤੇ ਦੂਸਰੇ ਵੀ ਲੋਕਾਂ ਨੇ ਜਿਹੜੇ ਪਾਰਟੀ ਨਾਲ ਜੁੜੇ ਹੋਏ ਨੇ, ਝੰਡੇ ਤੇ ਡੰਡੇ ਨੂੰ ਛੱਡ ਕੇ। ਦੇਖੋ, ਇਹ ਤਿੰਨੋਂ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਉਹ ਸਾਰੀਆਂ ਠੀਕ ਨੇ, ਪਰ ਜਿਹੜੀ ਉਹ ਪਾਰਟੀ ਦਾ ਚਿੰਤਨ ਮੰਥਨ ਸੀਗਾ ਉਹ ਕਾਫੀ ਲੰਬਾ ਟਾਈਮ, 2-3 ਘੰਟੇ ਉਹ ਮੀਟਿੰਗ ਚੱਲੀ, ਪਰ ਉਹਦੇ 'ਚ ਜਿਹੜੀ ਉਹ ਪਾਰਟੀ ਦੀ ਰਣਨੀਤੀ ਦੇ ਉੱਤੇ ਫੈਸਲਾ ਕਰਨਾ ਸੀ, ਕਿਉਂਕਿ ਕਾਫੀ ਦਿਨਾਂ ਤੋਂ ਇਹ ਗੱਲ ਹੋ ਰਹੀ ਸੀ। ਜੁਲਾਈ ਦੇ ਵਿੱਚ ਹੀ ਇਸ ਗੱਲ ਦਾ ਰੌਲਾ ਜੂਨ 'ਚ ਹੀ ਪੈ ਗਿਆ ਸੀਗਾ ਕਿ ਅਸੀਂ ਛੇਤੀ ਜਿਹੜਾ ਚਿਹਰਾ ਉਹ ਐਲਾਨਾਂਗੇ, ਉਹ ਕਿਤੇ ਹਾਲੇ ਤੱਕ ਨਜ਼ਰ ਨਹੀਂ ਆਇਆ। ਪਿਛਲੀ ਵਾਰ ਦੀ ਹਾਰ ਦਾ ਕਾਰਨ ਵੀ ਇਹੀ ਸੀ ਕਿ ਲੋਕ ਚਾਹੁੰਦੇ ਸੀ ਕਿ ਪਾਰਟੀ ਮੋਹਰੇ ਆਵੇ, ਪਰ ਚਿਹਰਾ ਜਿਹੜਾ ਉਹ ਨਹੀਂ ਸੀ। ਇਸ ਵਾਰ ਵੀ ਜਿਹੜਾ ਉਹੀ ਆ, ਪਰ ਭਾਵੇਂ ਹਾਲੇ ਇਹਨਾਂ ਕੋਲ ਕੁਝ ਟਾਈਮ ਹੈਗਾ, ਇਸ ਚੀਜ਼ ਨੂੰ ਥੋੜਾ ਸਮਾਂ ਹੋਰ ਲੈ ਸਕਦੇ ਨੇ, ਪਰ ਜੇ ਜਲਦੀ ਕਰ ਲੈਣਗੇ ਤੇ ਚੰਗਾ ਹੋਵੇਗਾ, ਕਿਉਂਕਿ ਬਾਕੀ ਜਿਹੜੀਆਂ ਪਾਰਟੀਆਂ ਉਹ ਆਪਣੀ ਤਿਆਰੀ ਵਿੱਢ ਚੁੱਕੀਆਂ ਨੇ। ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ, ਹੁਣ ਸਿਆਸਤ ਤੋਂ ਕਿਸਾਨੀ ਅੰਦੋਲਨ ਵੱਲ ਆਈਏ ਤੇ ਕਿਸਾਨਾਂ ਨੇ ਇੱਕ ਚੀਜ਼ ਦਾ ਨਾ ਕਰਨ ਦਾ ਐਲਾਨ ਕੀਤਾ, ਦਖਲ ਨਹੀਂ ਦੇਣਾ। ਉਹ ਕਿਹੜੀ ਕੰਮ ਹੈ ਜਿਹਦੇ 'ਚ ਉਹਨਾਂ ਨੇ ਦਖਲ ਨਾ ਦੇਣ ਦੀ ਗੱਲ ਆਖੀ ਹੈ? ਹਰਿਆਣੇ ਦੀ BJP ਦੀ ਜਿਹੜੀ ਇਕਾਈ ਆ ਉਹ ਇਸ ਗੱਲ ਤੋਂ ਖੁਸ਼ ਹੋ ਸਕਦੀ ਆ ਕਿ ਸਾਡੀ ਜਿਹੜੀ ਰੈਲੀ ਸੀ ਜਾਂ ਅਸੀਂ ਜਿਹੜੀ ਤਿਰੰਗਾ ਯਾਤਰਾ ਕੱਢੀ ਦੇਸ਼ ਦਾ ਝੰਡੇ ਦਾ ਨਾਮ ਲੈ ਕੇ, ਤੇ ਉਹ 15 ਅਗਸਤ ਤੱਕ ਸ਼ਾਇਦ ਉਹਨੂੰ ਉਹਨਾਂ ਨੇ ਚਾਲੂ ਰੱਖਣ ਦੀ ਗੱਲ ਕੀਤੀ ਹੈ ਸਾਰੇ ਹਰਿਆਣੇ 'ਚੋਂ। ਜਿੰਨਾ ਵਕਾਰ ਉਹਨਾਂ ਨੇ ਪਿਛਲੇ 7-8 ਮਹੀਨੇ ਜਾਂ ਸਾਲ ਦੇ ਸਮੇਂ ਤੋਂ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਗਵਾਇਆ ਆ, ਉਹਨੂੰ ਬਹਾਲ ਕਰਨ ਲਈ ਹਰ ਪਾਰਟੀ ਦਾ ਇੱਕ ਆਪਣਾ ਆਧਾਰ ਆ, ਵਰਕਰ ਨੇ, ਲੋਕ ਜੁੜੇ ਹੋਏ ਨੇ ਤੇ ਉਹਨਾਂ ਦੀ ਰੈਲੀ 'ਚ ਉਹ ਸ਼ਾਮਲ ਹੁੰਦੇ ਨੇ। ਹੁਣ ਜਿਹੜਾ ਤੁਹਾਡਾ ਸਵਾਲ ਸੀ ਉਹਦੇ ਤੇ ਆਉਂਦੇ ਆ ਕਿ ਕਿਸਾਨਾਂ ਨੇ ਉਸ ਤਿਰੰਗਾ ਯਾਤਰਾ ਦਾ ਵਿਰੋਧ ਨਾ ਕਰਨ ਦਾ ਫੈਸਲਾ ਕੀਤਾ। ਉਹ ਇੱਕ ਚੰਗਾ ਸ਼ਗਨ ਆ, ਉਹਨੂੰ ਅਸੀਂ ਲੋਕਤੰਤਰ ਦੇ ਵਿੱਚ ਵਧੀਆ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਵਿਰੋਧ ਜਿਹੜਾ ਆ ਉਹ ਸਹੀ ਤਰੀਕੇ ਨਾਲ ਕੀਤਾ ਜਾਵੇ, ਕਿ ਜੇ ਕੋਈ ਦੂਜੀ ਪਾਰਟੀ ਆਪਣੀ ਰੈਲੀ ਕੱਢਦੀ ਆ ਤੇ ਉਹਨੂੰ ਵੀ ਕਰਨ ਦਿੱਤਾ ਜਾਵੇ। ਬਹੁਤ ਲੰਬੇ ਸਮੇਂ ਤੋਂ ਹਾਲਾਂਕਿ ਕਿਸਾਨ
ਬੀਜੇਪੀ ਆਗੂਆਂ ਦਾ ਸਾਰੇ ਹਿੰਦੁਸਤਾਨ 'ਚ ਵਿਰੋਧ ਕਰ ਰਹੇ ਨੇ ਜੀ ਅੱਜ ਵੀ ਉਹ ਕਰਦੇ ਨੇ। ਪਰ ਉਹਨਾਂ ਨੇ ਇਸ ਯਾਤਰਾ ਨੂੰ ਵਿਰੋਧਣ ਦਾ ਨਾਂ ਫੈਸਲਾ ਕੀਤਾ ਕਿ ਇਸ ਯਾਤਰਾ ਦਾ ਜਿਹੜਾ ਵਿਰੋਧ ਆ ਅਸੀਂ ਉਹ ਨਹੀਂ ਕਰਨਾ। ਜੇ ਇਹ ਕਰਦੇ ਨੇ ਤਾਂ ਇਹਨਾਂ ਨੂੰ ਕਰਨ ਦਿਓ, ਇਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਜਦੋਂ ਇਲੈਕਸ਼ਨਸ ਹੋਣਗੀਆਂ ਤੇ ਫਿਰ ਵੋਟ ਪਰਸੈਂਟੇਜ ਕਿੱਧਰ ਨੂੰ ਜਾਂਦੀ ਨੇ। ਇਹਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਕਿਸਾਨ ਆਗੂਆਂ ਦੀ, ਤੇ ਚੜੂਨੀ ਸਾਹਿਬ ਨੇ ਫਿਰ ਆਪਣਾ ਜਿਹੜਾ ਵਾਅਦਾ ਆ ਉਹ ਦੁਹਰਾਇਆ ਕਿ ਅਸੀਂ ਜੇਕਰ ਇਹਨਾਂ ਚੀਜ਼ਾਂ ਤੋਂ ਨਿਜਾਤ ਪੱਕੇ ਤੌਰ ਤੇ ਪਾਉਣੀ ਆ ਤਾਂ ਫਿਰ ਸਾਨੂੰ ਰਾਜਨੀਤੀ ਦੇ ਵਿੱਚ ਆਉਣਾ ਪਊਗਾ। ਤੇ ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਹ ਜਿਹੜੇ ਮੇਰੇ ਆਪਣੇ ਇਰਾਦੇ ਨੇ, ਮੇਰੇ ਆਪਣੇ ਖਿਆਲ ਨੇ, ਮੇਰੀ ਆਪਣੀ ਸੋਚ ਆ। ਤੇ ਮੋਰਚਾ ਇਸ ਗੱਲ ਨੂੰ ਕਹਿ ਚੁੱਕਿਆ, ਸੰਯੁਕਤ ਕਿਸਾਨ ਮੋਰਚਾ, ਕਿ ਜਿਹੜੀ ਸਾਡੀ ਇਹ ਗੱਲ ਆ ਇਹ ਨਾਲ ਦੀ ਨਾਲ ਨਹੀਂ ਚੱਲੇਗੀ, ਅਸੀਂ ਇਲੈਕਸ਼ਨ 'ਚ ਲੇਟ ਆ। ਪਰ ਮੈਨੂੰ ਲੱਗਦਾ ਆ ਕਿ ਮੋਰਚਾ ਜਿਹੜਾ ਚੜੂਨੀ ਸਾਹਿਬ ਦੇ ਜਿਹੜੇ ਬਿਆਨ ਨੇ ਉਹਦੇ ਵਿੱਚ ਮੋਰਚੇ ਦੀ ਸਹਿਮਤੀ ਜ਼ਰੂਰ ਆ, ਭਾਵੇਂ ਉਹ ਛੁਪੀ ਹੋਈ ਹੀ ਹੈ। ਜੀ ਤੇ ਸ਼ਰਮਾ ਜੀ, ਕਿਸਾਨਾਂ ਦੇ ਮੁੱਦਿਆਂ ਨਾਲ ਜੁੜਿਆ ਹੋਇਆ ਇੱਕ ਮਸਲਾ ਹੈ ਅਡਾਨੀ ਗਰੁੱਪ ਦਾ। ਅਡਾਨੀ ਗਰੁੱਪ ਨੇ ਇੱਕ ਦਫ਼ਤਰ ਨੂੰ ਜੰਦਰੇ ਲਾ ਦਿੱਤੇ ਨੇ ਤੇ ਕਿਸਾਨਾਂ ਦੇ ਡਰ ਤੋਂ ਹੈ ਕਿ ਸੱਚਮੁੱਚ ਉਹ ਮੁਸ਼ਕਿਲ ਵਿੱਚ ਹੈ। ਦੇਖੋ, ਇਹਨੂੰ ਤੁਸੀਂ ਡਰ ਕਹਿ ਸਕਦੇ ਆ ਜਾਂ ਤੁਸੀਂ ਇਹਨੂੰ ਅੰਦੋਲਨ ਦਾ ਪ੍ਰਭਾਵ ਕਹਿ ਸਕਦੇ ਆ। ਜੇਕਰ ਅਸੀਂ ਪੰਜਾਬ ਦੇ ਨਜ਼ਰੀਏ ਤੋਂ ਗੱਲ ਕਰੀਏ ਤਾਂ ਇਹ ਕੋਈ ਚੰਗੀ ਗੱਲ ਨਹੀਂ। ਲੁਧਿਆਣੇ ਦੇ ਕਿਲ੍ਹਾ ਰਾਏਪੁਰ 'ਚ ਉਹਨਾਂ ਨੇ ਇੱਕ ਡਰਾਈ ਪੋਰਟ ਬਣਾਇਆ ਸੀ, ਉੱਥੇ ਕਾਫੀ ਲੰਬੀ ਚੌੜੀ ਉਹਨਾਂ ਨੇ ਇਨਵੈਸਟਮੈਂਟ ਕੀਤੀ ਸੀ ਤੇ ਕੋਈ 400 ਦੇ ਕਰੀਬ ਲੋਕ ਸਿੱਧੇ ਤੌਰ ਤੇ ਉਹਦੇ ਨਾਲ ਜੁੜੇ ਹੋਏ ਸੀ, ਟਰਾਂਸਪੋਰਟ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ। ਉੱਥੋਂ ਕੁਝ ਲਿਫਟਿੰਗ ਕਰਦੇ ਸੀ, ਕੁਝ ਸਮਾਨ ਇੱਧਰ ਉੱਧਰ ਲੈ ਕੇ ਜਾਂਦੇ ਸੀ ਉਹਨੂੰ, ਕਿਉਂਕਿ ਪਿਛਲੇ 8-9 ਮਹੀਨਿਆਂ ਤੋਂ ਉਹ ਬੰਦ ਪਿਆ ਆ ਕਿਸਾਨ ਧਰਨੇ ਦੇ ਕਰਕੇ, ਤੇ ਉਹਨੂੰ ਉਹਨਾਂ ਨੇ ਉੱਥੋਂ ਉਸ ਆਪਣੇ ਡਰਾਈ ਪੋਰਟ ਨੂੰ ਬੰਦ ਕਰਨ ਦਾ ਜਿਹੜਾ ਐਲਾਨ ਕੀਤਾ। ਕੋਰਟ ਦੇ ਵਿੱਚ ਵੀ ਉਹ ਮਸਲਾ ਗਿਆ ਹੋਇਆ ਸੀ, ਵੈਸੇ ਵੀ ਉਹਨਾਂ ਨੇ ਇਸ ਨੂੰ ਸੁਲਝਾਉਣ ਦਾ ਯਤਨ ਕੀਤਾ ਪਰ ਉਹ ਮਸਲਾ ਕਿਸੇ ਸਿਰੇ ਲੱਗਿਆ ਨਹੀਂ। ਕਿਸਾਨ ਆਗੂਆਂ ਨੇ ਸਾਫ਼ ਨਾ ਕਰਤੀ ਸੀ ਕਿ ਅਸੀਂ ਇਹਨੂੰ ਚੱਲਣ ਨਹੀਂ ਦੇਣਾ। ਸੋ ਉਹ ਜਿਹੜੇ ਲੋਕ ਉੱਥੇ ਜੌਬ ਦੇ ਵਿੱਚ ਨੇ ਉਹਨਾਂ ਦੀਆਂ ਨੌਕਰੀਆਂ ਜਾਣਗੀਆਂ। ਪੰਜਾਬ ਸਰਕਾਰ ਨੂੰ ਉਹਦੇ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਅਮਾਊਂਟ ਦੇ ਵਿੱਚ 600-700 ਕਰੋੜ ਦੇ ਨੇੜੇ ਤੇੜੇ ਕੁਝ ਟੈਕਸ ਦੀ ਪ੍ਰਾਪਤੀ ਹੁੰਦੀ ਸੀ, ਉਹ ਵੀ ਨਹੀਂ ਹੋਵੇਗੀ। ਪਰ ਇਹਨੂੰ ਜੇ ਤੁਸੀਂ ਦੂਸਰੇ ਪਾਸਿਓਂ ਦੇਖੋ ਤਾਂ ਇਹ ਚਲੇ ਜਾਣਗੇ ਜਦੋਂ ਜੇਕਰ ਸਮੇਂ ਦੀ ਜ਼ਰੂਰਤ ਹੋਏਗੀ ਤਾਂ ਇੱਥੇ ਕੋਈ ਹੋਰ ਇੰਡਸਟਰੀ ਲੱਗ ਸਕਦੀ ਹੈ ਜਾਂ ਇਸ ਇੰਡਸਟਰੀ ਦਾ ਦੁਬਾਰਾ ਆਉਣਾ ਵੀ ਸੰਭਵ ਆ। ਪਰ ਇਹਨੂੰ ਤੁਸੀਂ ਕਿਸਾਨਾਂ ਦੀ ਜਿੱਤ ਨਾਲ ਵੀ ਦੇਖ ਸਕਦੇ ਆ ਤੇ ਸਰਕਾਰ ਦੀ ਫੇਲਿਅਰ ਨਾਲ ਵੀ ਦੇਖ ਸਕਦੇ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਰਕਾਰ ਨੇ ਸੁਨਿਸ਼ਚਿਤ ਕਰਨੀਆਂ ਨੇ ਕਿ ਇਹ ਕਿਵੇਂ ਚੱਲਣੀਆਂ ਨੇ ਤੇ ਕਿਵੇਂ ਨਹੀਂ ਚੱਲਣੀਆਂ। ਪਰ ਹਾਲੀਆ ਤੌਰ ਤੇ ਇਹ ਇੱਕ ਪੰਜਾਬ ਸਰਕਾਰ ਦੇ ਨਜ਼ਰੀਏ ਤੋਂ ਤਾਂ ਇੱਕ ਮਾੜੀ ਗੱਲ ਆ ਕਿ ਇੱਕ ਇੰਡਸਟਰੀਅਲਿਸਟ ਨੇ ਆਪਣਾ ਇੱਕ ਇੰਡਸਟਰੀਅਲ ਸੈਟਅਪ ਕੀਤਾ ਸੀ ਤੇ ਉਹ ਜਿਹੜਾ ਆ ਲੰਬੇ ਸਮੇਂ ਤੋਂ ਬੰਦ ਪਿਆ ਸੀ। ਪਰ ਕਿਸਾਨਾਂ ਦੇ ਨਜ਼ਰੀਏ ਤੋਂ ਇਹ ਗੱਲ ਬਿਲਕੁਲ ਠੀਕ ਆ, ਉਹ ਇਹਨੂੰ ਕਿੱਦਾਂ ਚੱਲਣ ਦੇਣ। ਜਿਹਨਾਂ ਇਹ ਵੱਡੀਆਂ ਕੰਪਨੀਆਂ ਨੇ, ਦੋਨੋਂ ਹੀ ਇਹਨਾਂ ਦੇ ਨਾਮ ਲੱਗਦੇ ਨੇ ਤੇ ਗੈਰ ਅਪੁਸ਼ਟ ਖਬਰਾਂ ਇਹੋ ਜਿਹੀਆਂ ਵੀ ਨੇ ਕਿ ਇਹਨਾਂ ਨੇ ਬਹੁਤ ਵੱਡੀ ਤਿਆਰੀ ਜਿਹੜੀ ਆ ਉਹ ਆਲਰੇਡੀ ਕਰਕੇ ਰੱਖੀ ਹੋਈ ਆ ਕਿ ਪੰਜਾਬ ਦੇ ਵਿੱਚ ਅਸੀਂ ਲੰਬੇ ਤੌਰ ਦੇ ਉੱਤੇ ਖੇਤੀ ਨਾਲ ਜੁੜੇ ਹੋਏ ਕਾਰੋਬਾਰ ਕਰਨੇ ਨੇ। ਫਿਰ ਉਹਦੇ ਤਰੀਕੇ ਦੇ ਨਾਲ ਜਦੋਂ ਦੇਖਾਂਗੇ ਤੇ ਉਹ ਗੱਲਾਂ ਬਿਲਕੁਲ ਠੀਕ ਨੇ। ਅੰਮ੍ਰਿਤਪਾਲ ਸ਼ਰਮਾ ਜੀ, ਮੁੱਦੇ ਤੇ ਹੋਰ ਵੀ ਨੇ ਵਿਚਾਰਨ ਵਾਲੇ, ਪਰ ਇਸ ਪ੍ਰੋਗਰਾਮ ਦਾ ਸਮਾਂ ਖਤਮ ਹੈ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਸਿਲਸਿਲੇ ਨਾਲ ਜੁੜਨ ਲਈ। ਹੋਰ ਮੁੱਦਿਆਂ ਨਾਲ ਫੇਰ ਤੋਂ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਇਜਾਜ਼ਤ। ਪਰ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ, ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।